ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 10ਵੀਂ ਪਾਠ 1 ਤੋਂ 4 ਤੱਕ ਦੀ ਦੁਹਰਾਈ ਲੈ ਕੇ ਹਾਜ਼ਰ ਹਾਂ। ਇਸ ਪਾਠ ਦੇ ਵਿੱਚ ਅਸੀਂ ਬਹੁਪੱਖੀ ਪ੍ਰਸ਼ਨ ਉੱਤਰ, ਖਾਲੀ ਥਾਵਾਂ, ਸਹੀ ਗਲਤ, ਛੋਟੇ ਪ੍ਰਸ਼ਨ ਉੱਤਰ ਅਤੇ ਪੂਰੇ ਨਾਮ ਬਾਰੇ ਪੜ੍ਹਾਂਗੇ। ਸੋ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਸਤੰਬਰ ਮਹੀਨੇ ਤੁਹਾਡੇ ਜਿਹੜੇ ਕੰਪਿਊਟਰ ਸਾਇੰਸ ਵਿਸ਼ੇ ਦੀ ਜਿਹੜੀ ਪ੍ਰੀਖਿਆ ਹੈ ਉਹ ਆਉਣ ਵਾਲੀ ਹੈ। ਤੇ ਇਸ ਪ੍ਰੀਖਿਆ ਵਿੱਚ ਤੁਹਾਨੂੰ ਕੁੱਲ 20 ਪ੍ਰਸ਼ਨ ਆਉਣਗੇ ਤੇ ਹਰ ਇੱਕ ਜਿਹੜਾ ਪ੍ਰਸ਼ਨ ਹੈ ਉਹ 2 ਨੰਬਰ ਦਾ ਹੋਵੇਗਾ। ਤੇ ਜਿਹੜਾ ਪੇਪਰ ਦਾ ਪੈਟਰਨ ਹੈ, ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਪਹਿਲਾ ਕੁਐਸਚਨ ਬਹੁ ਚੋਣਵੇਂ ਪ੍ਰਸ਼ਨ, ਇਸ ਫਾਰਮੈਟ ਵਿੱਚ ਹੀ ਤੁਹਾਨੂੰ ਜਿਹੜੇ ਪ੍ਰਸ਼ਨ ਉੱਤਰ ਉਹ ਆਉਣਗੇ। ਜਿਵੇਂ ਕਿ ਕੁਐਸਚਨ ਹੋਏਗਾ, ਕੁਐਸਚਨ ਤੋਂ ਬਾਅਦ 4 ਉਸਦੇ ਆਪਸ਼ਨ ਹੋਣਗੇ। ਇਹਨਾਂ 4 ਆਪਸ਼ਨਾਂ ਵਿੱਚੋਂ ਜਿਹੜਾ ਸਹੀ ਆਨਸਰ ਹੈ ਉਹ ਤੁਹਾਨੂੰ ਇਸ ਵਿੱਚੋਂ ਚੁਣਨਾ ਪਵੇਗਾ। ਸੋ ਚਲੋ ਹੁਣ ਅਸੀਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਹੁਣ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਪਾਠ 1 ਬਹੁ ਚੋਣਵੇਂ ਪ੍ਰਸ਼ਨ, ਕਿਹੜਾ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਨੇ ਮਲਟੀਮੀਡੀਆ, ਸਪਰੈਡਸ਼ੀਟ, ਪ੍ਰੈਜੈਂਟੇਸ਼ਨ ਜਾਂ ਡਾਟਾਬੇਸ। ਸਾਡੇ ਕੋਲ ਇਸਦਾ ਸਹੀ ਆਨਸਰ ਹੈ ਸਪਰੈਡਸ਼ੀਟ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ। ਅਗਲਾ ਸਾਡੇ ਕੋਲ ਜਦੋਂ ਅਸੀਂ ਇੱਕ ਪੰਨੇ ਜਾਂ ਇੱਕ ਪੇਜ ਦੇ ਡੈਸ਼ ਤੇ ਪਹੁੰਚਦੇ ਹਾਂ ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਟਾਰਟਿੰਗ, ਐਂਡ, ਮਿਡ ਆਫ ਪੇਜ ਜਾਂ ਕੋਈ ਨਹੀਂ। ਤਾਂ ਸਾਡੇ ਕੋਲ ਇਸਦਾ ਸਹੀ ਆਨਸਰ ਹੈ ਐਂਡ। ਜਦੋਂ ਅਸੀਂ ਇੱਕ ਪੰਨੇ ਦੇ ਐਂਡ ਜਾਂ ਅਖੀਰ ਤੇ ਪਹੁੰਚਦੇ ਹਾਂ ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰ ਦਿੰਦਾ ਹੈ। ਤੀਸਰਾ ਪ੍ਰਸ਼ਨ ਹੈ, ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਗਲਤ ਲਿਖੇ ਅੱਖਰ ਹੇਠਾਂ ਕਿਸ ਰੰਗ ਦੀ ਲਾਈਨ ਆਵੇਗੀ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਨੀਲੀ, ਚਿੱਟੀ, ਲਾਲ ਜਾਂ ਕਾਲੀ। ਤਾਂ ਜਿਵੇਂ ਕਿ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਜਦੋਂ ਵੀ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਜੇਕਰ ਅਸੀਂ ਕਿਸੇ ਅੱਖਰ ਦੇ ਵਿੱਚ ਕੋਈ ਅੱਖਰ ਛੱਡ ਦਿੰਦੇ ਹਾਂ ਤਾਂ ਉਹਦੇ ਹੇਠਾਂ ਇੱਕ ਲਾਲ ਰੰਗ ਦੀ ਜਿਹੜੀ ਲਾਈਨ ਹੈ ਉਹ ਆ ਜਾਂਦੀ ਹੈ। ਅਗਲਾ ਸਾਡੇ ਕੋਲ ਹੈ ਚੌਥਾ, ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿੱਚ ਐਂਟਰੈਂਸ ਪਲੱਸ ਐਗਜ਼ਿਟ ਅਤੇ ਐਗਜ਼ਿਟ ਸ਼ਾਮਲ ਹੁੰਦੇ ਹਨ। ਆਪਸ਼ਨ ਹੈ ਸਾਡੇ ਕੋਲ ਐਨੀਮੇਸ਼ਨ, ਸਾਊਂਡ ਪ੍ਰਭਾਵ, ਡਿਜ਼ਾਈਨ ਜਾਂ ਟ੍ਰਾਂਜੀਸ਼ਨ। ਤਾਂ ਸਾਡੇ ਕੋਲ ਸਹੀ ਆਨਸਰ ਹੈ ਟ੍ਰਾਂਜੀਸ਼ਨ। ਟ੍ਰਾਂਜੀਸ਼ਨ ਵਿੱਚ ਸਾਡੇ ਕੋਲ ਐਂਟਰੈਂਸ ਪਲੱਸ ਐਗਜ਼ਿਟ ਅਤੇ ਐਗਜ਼ਿਟ ਜਿਹੜੇ ਇਫੈਕਟ ਆ ਉਹ ਸ਼ਾਮਲ ਹੁੰਦੇ ਹਨ। ਪੰਜਵਾਂ ਹੈ ਡੈਸ਼ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ। ਸਾਡੇ ਕੋਲ ਇਸਦੇ ਆਪਸ਼ਨ ਨੇ ਗ੍ਰਾਫਿਕਸ, ਡਿਜ਼ਾਈਨ, ਮਾਰਜਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਆਨਸਰ ਹੈ ਮਾਰਜਨ ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ। ਅੱਗੇ ਹੁਣ ਸਾਡੇ ਕੋਲ 6ਵਾਂ ਪੁਆਇੰਟ ਹੈ, ਪਾਵਰ ਪੁਆਇੰਟ ਵਿੱਚ ਕਿਹੜੀ ਵਿਸ਼ੇਸ਼ਤਾ ਬੈਕਗ੍ਰਾਉਂਡ ਨੂੰ ਮੂਲ ਰੂਪ ਵਿੱਚ ਚੁਣਨ ਲਈ ਸਾਡੀ ਮਦਦ ਕਰਦੀ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਐਨੀਮੇਸ਼ਨ, ਟ੍ਰਾਂਜੀਸ਼ਨ, ਟਾਈਮਰ ਜਾਂ ਥੀਮ। ਤਾਂ ਸਾਡੇ ਕੋਲ ਇਸਦਾ ਸਹੀ ਆਨਸਰ ਹੈ ਪਾਵਰ ਪੁਆਇੰਟ ਵਿੱਚ ਜਿਹੜੀ ਥੀਮ ਹੈ, ਥੀਮ ਵਿਸ਼ੇਸ਼ਤਾ ਬੈਕਗ੍ਰਾਉਂਡ ਨੂੰ ਮੂਲ ਰੂਪ ਵਿੱਚ ਚੁਣਨ ਵਿੱਚ ਸਾਡੀ ਮਦਦ ਕਰਦੀ ਹੈ। ਅੱਗੇ ਹੁਣ ਅਸੀਂ ਪੜਾਂਗੇ ਖਾਲੀ ਥਾਵਾਂ ਪੜੋ। ਕੰਪਿਊਟਰ ਸੌਫਟਵੇਅਰ ਨੂੰ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਡੈਸ਼ ਅਤੇ ਡੈਸ਼। ਤਾਂ ਜਿਵੇਂ ਕਿ ਅਸੀਂ ਜਾਣਦੇ ਹਾਂ, ਕੰਪਿਊਟਰ ਦੀਆਂ ਜਿਹੜੀਆਂ 2 ਸ਼੍ਰੇਣੀਆਂ ਨੇ, ਇੱਕ ਹੈ ਸਾਡੇ ਕੋਲ ਸਿਸਟਮ ਸੌਫਟਵੇਅਰ, ਦੂਸਰੀ ਹੈ ਐਪਲੀਕੇਸ਼ਨ ਸੌਫਟਵੇਅਰ। ਅਗਲਾ ਪ੍ਰਸ਼ਨ ਹੈ, ਡਾਟਾਬੇਸ ਸੌਫਟਵੇਅਰ ਸੰਬੰਧੀ ਡਾਟਾ ਦਾ ਇਕੱਠ ਸੰਗ੍ਰਹਿ ਹੈ। ਇਸ ਟੂਲ ਦਾ ਉਦੇਸ਼ ਡੈਸ਼ ਅਤੇ ਡੈਸ਼ ਹੈ। ਸਾਡੇ ਕੋਲ ਦਾ ਸਹੀ ਆਨਸਰ ਹੈ ਆਰਗੇਨਾਈਜ਼ਰ ਅਤੇ ਮੈਨੇਜ ਕਰਨਾ ਹੈ। ਤੀਸਰੀ ਖਾਲੀ ਥਾਂ ਹੈ, ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਖਾਸ ਹਿੱਸੇ ਲਈ ਡੈਸ਼ ਜਾਂ ਡੈਸ਼ ਓਰੀਐਂਟੇਸ਼ਨ ਦੀ ਚੋਣ ਕਰ ਸਕਦੇ ਹਾਂ। ਤੇ ਸਾਡੇ ਕੋਲ ਆਪਸ਼ਨ ਹੈ ਪੋਰਟਰੇਟ ਜਾਂ ਲੈਂਡਸਕੇਪ। ਚੌਥੀ ਸਾਡੇ ਕੋਲ ਖਾਲੀ ਥਾਂ ਹੈ, ਪਾਵਰ ਪੁਆਇੰਟ ਦੁਆਰਾ ਸਪੋਰਟਡ ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਲ ਹਨ ਡੈਸ਼ ਡੈਸ਼। ਸਾਡੇ ਕੋਲ ਸਹੀ ਆਨਸਰ ਹੈ .tif .bmp। ਅਗਲੀ ਸਾਡੇ ਕੋਲ ਖਾਲੀ ਥਾਂ ਹੈ, ਮਲਟੀਮੀਡੀਆ ਸੌਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ ਡੈਸ਼ ਅਤੇ ਡੈਸ਼ ਚਲਾਉਣ ਦੀ ਆਗਿਆ ਦਿੰਦਾ ਹੈ। ਸਾਡੇ ਕੋਲ ਦਾ ਆਨਸਰ ਹੈ ਆਡੀਓ ਅਤੇ ਵੀਡੀਓ ਚਲਾਉਣ ਦੀ ਸਾਨੂੰ ਆਗਿਆ ਦਿੰਦਾ ਹੈ। ਸੋ ਬੱਚੇ, ਹੁਣ ਅਸੀਂ ਸਹੀ ਗਲਤ ਪੜ੍ਹ ਲੈਂਦੇ ਹਾਂ। ਪਹਿਲਾਂ ਸਾਡੇ ਕੋਲ ਸਹੀ ਗਲਤ ਹੈ, ਐਕਸਲ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਣਾ ਹੈ। ਸੋ ਐਕਸਲ ਦੇ ਵਿੱਚ ਅਸੀਂ ਜਿਹੜੀ ਵਿੱਤੀ ਸਟੇਟਮੈਂਟ ਹੈ ਜਾਂ ਕੋਈ ਟਾਈਮ ਟੇਬਲ ਹੈ ਉਹ ਵਗੈਰਾ ਬਣਾਉਂਦੇ ਹਾਂ। ਮੁੱਖ ਡਾਕੂਮੈਂਟ ਬਣਾਉਣ ਦੇ ਲਈ ਅਸੀਂ MS ਵਰਡ ਦੀ ਵਰਤੋਂ ਕਰਦੇ ਹਾਂ।
इस करके जो पहला साढ़े को सही गलत है, ये की है गलत है। दूसरी साढ़े को एप्लीकेशन सॉफ्टवेयर एक अजिहा सॉफ्टवेयर है जो यूजर लिए खास काम करता है, सही। तीसरा है डाटाबेस टूल स्लाइड शो के रूप में जानकारी ਨੂੰ डिस्प्ले ਕਰਨ ਲਈ ਵਰਤਿਆ ਜਾਂਦਾ है, ये भी साढ़े को गलत है। डाटाबेस जो टूल है वो डाटाबेस मेनटेन करने लिए वरत्या जाता है। स्लाइड शो के लिए साढ़े को पावर पॉइंट वर्गे जो सॉफ्टवेयर है उन्होंने वरतों की जाती है। चौथा साढ़े को असी मौजूदा टैब स्टॉप ਨੂੰ ਰੂਲਰ ਦੇ ਵੱਖ-ਵੱਖ ਥਾਵਾਂ ਤੇ ਖੱਬੇ ਜਾਂ ਸੱਜੇ ਪਾਸੇ ਡਰੈਗ ਕਰ ਸਕਦੇ ਹਾਂ, ਤੇ ਸਾਡੇ ਕੋਲ ਸਹੀ ਹੈ। ਪੰਜਵਾਂ ਹੈ ਜਦੋਂ ਅਸੀਂ ਪ੍ਰਿੰਟ ਟੈਬ ਤੇ ਕਲਿੱਕ ਕਰਦੇ ਹਾਂ ਤਾਂ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ, ਸਹੀ। ਅੱਗੇ ਹੁਣ ਅਸੀਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ ਉਹ ਪੜਾਂਗੇ। ਪਹਿਲਾ ਪ੍ਰਸ਼ਨ ਹੈ MS ऑफिस 2007 ਵਿੱਚ ਵਰਡ ਡਾਕੂਮੈਂਟ ਦੀ ਐਕਸਟੈਂਸ਼ਨ ਲਿਖੋ .docx। दूसरा है MS ऑफिस 2007 ਵਿੱਚ ਸਪਰੈਡਸ਼ੀਟ ਦੀ ਐਕਸਟੈਂਸ਼ਨ ਲਿਖੋ, तो साढ़े को ਸਪਰੈਡਸ਼ੀਟ ਦੀ ਐਕਸਟੈਂਸ਼ਨ है .xlsx। तीसरा है MS ऑफिस 2007 ਵਿੱਚ पावर पॉइंट ਦੀ ਐਕਸਟੈਂਸ਼ਨ ਲਿਖੋ, ये साढ़े को .pptx। अगला है BMP ਦਾ ਪੂਰਾ ਨਾਮ ਕੀ ਹੈ, तो BMP ਦਾ ਪੂਰਾ ਨਾਮ ਹੈ ਬਿਟਮੈਪ ਪਿਕਚਰ। पेंट ਵਿੱਚ ਜਿਹੜੀ ਵੀ ਡਰਾਇੰਗ ਕਰਕੇ ਜਦੋਂ ਅਸੀਂ ਉਸ ਫਾਈਲ ਨੂੰ ਸੇਵ ਕਰਦੇ ਹਾਂ तो उस फाइल की एक्सटेंशन .bmp जो बिटमैप पिक्चर होंगी है। अगले साढ़े को PDF का पूरा नाम लिखो, तो PDF का पूरा नाम है पोर्टेबल डॉक्यूमेंट फॉर्मेट। अगे हम साढ़े को छोटे उत्तर वाले प्रश्न आ गए। सिस्टम सॉफ्टवेयर को प्रभावित करो। कंप्यूटर के सारे कामकारां कंट्रोल करने लिए जोड़े सॉफ्टवेयर वरते जाते हैं उन्होंने सिस्टम सॉफ्टवेयर कहा जाता है। सिस्टम सॉफ्टवेयर तो बिना एप्लीकेशन सॉफ्टवेयर काम नहीं कर सकता। सिस्टम सॉफ्टवेयर कई किस्म के होंगे हैं, जिमें कि ऑपरेटिंग सिस्टम, भाषा ट्रांसलेटर, यूटिलिटी प्रोग्राम, इन्होंने सारे असीं सिस्टम सॉफ्टवेयर आखते हैं। उस तो अलावा जिमें तुसीं स्क्रीन के सज्जे पासे देख पा रहे हो विंडो XP, विंडो विस्टा, विंडो 7, एंड्रॉयड तो अलावा लाइनक्स, यूनिक्स, एप्पल, ये सारे ही सिस्टम सॉफ्टवेयर दियाँ उदाहरण हैं। अगला साढ़े को प्रश्न है प्रश्न नंबर 2 ऑफिस प्रोडक्टिविटी टूल की व्याख्या करो। ऑफिस प्रोडक्टिविटी टूल वो प्रोग्राम होंगे हैं जो यूजर को डॉक्यूमेंट, डाटाबेस, ग्राफिक्स, वर्कशीटां ਅਤੇ ਪ੍ਰੈਜੈਂਟੇਸ਼ਨ ਵਰਗੀਆਂ ਚੀਜ਼ਾਂ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਬਹੁਤ ਸਾਰੇ ਆਫਿਸ ਟੂਲ ਨੂੰ ਵਪਾਰਕ ਵਰਤੋਂ ਲਈ ਵੀ ਵਰਤਿਆ ਜਾਂਦਾ ਹੈ। ਸੋ ਆਫਿਸ ਟੂਲ ਦੀਆਂ ਸਾਡੇ ਕੋਲ ਜਿਹੜੀਆਂ ਮੁੱਖ ਕਿਸਮਾਂ ਨੇ, ਪਹਿਲੀ ਹੈ ਵਰਡ ਪ੍ਰੋਸੈਸਿੰਗ ਟੂਲ, ਦੂਸਰਾ ਡਾਟਾਬੇਸ ਸੌਫਟਵੇਅਰ ਟੂਲ, ਤੀਸਰਾ ਸਪਰੈਡਸ਼ੀਟ ਟੂਲ, ਚੌਥਾ ਸਾਡੇ ਕੋਲ ਹੈ ਪ੍ਰੈਜੈਂਟੇਸ਼ਨ ਟੂਲ, पंजवा साढ़े को मल्टीमीडिया सॉफ्टवेयर। अगे साढ़े को तीसरा प्रश्न है डाटाबेस सॉफ्टवेयर की व्याख्या करो। डाटाबेस संबंधित डाटा का संग्रह होंदा है। इस टूल का मुख्य उद्देश्य डाटा को संगठित करना और उसका प्रबंधन करना होंदा है। संस्थावां अपना डाटा स्टोर करने लिए इन्हां सॉफ्टवेयर की वरतों करदियां हैं। MS एक्सेस, ओरेकल, SQL सर्वर आदि डाटाबेस सॉफ्टवेयर दी मुख्य उदाहरण हैं। अगला साढ़े को प्रश्न है मल्टीमीडिया सॉफ्टवेयर की व्याख्या करो। मल्टीमीडिया एक तो वध मीडिया के सुमेल नाल बनता है। मल्टीमीडिया के 5 मुख्य तत्व होंगे हैं, जिमें कि टैक्सट, पिक्चर, ऑडियो, वीडियो और एनीमेशन। मल्टीमीडिया सॉफ्टवेयर यूजर को इन्हां तत्तां की वरतों नाल ऑडियो वीडियो फाइलां बनाउण विच मदद करते हैं। मीडिया प्लेयर मल्टीमीडिया टूल की मुख्य उदाहरण हैं। अगे साढ़े को 5वां प्रश्न है कस्टम मार्जिन बनाने लिए कदम लिखो। तो पहला साढ़े को पेज लेआउट टैब ते पेज सैटअप ग्रुप विच मार्जिन ते क्लिक करो। मार्जिन गैलरी के ड्रॉप डाउन मीनू के हेठां कस्टम मार्जिन ते क्लिक करो। पेज सैटअप डायलॉग बॉक्स दिखाई देगा। इस विच मार्जिन बदलने लिए टॉप, बॉटम, लैफ्ट या राइट टैक्सट बॉक्स विच नवें मुल दाखिल करो। ओके ते क्लिक करो। जिहड़ा तुहाडा मार्जिन वो तुहाडे पेज उपर अप्लाई हो जाएगा। 6वां प्रश्न पेज ब्रेक की है, पेज ब्रेक किवें दाखिल की जाती है। तो पेज ब्रेक की वरतों नवा पेज दाखिल करने लिए की जाती है। असी Ctrl+Enter शॉर्टकट की की वरतों नाल पेज ब्रेक दाखिल कर सकते हैं। इसनूं इंसर्ट टैब की मदद नाल भी दाखिल किया जा सकता है। जिस स्टैप इस प्रकार हैं। असी नवे पेज में जिस जगह तो शुरू करना चाहते हाँ उत्थों क्लिक करो, इंसर्ट टैब ते क्लिक करो। पेज ग्रुप विच पेज ब्रेक का आइकन नज़र आएगा, जिवें कि तुसीं सज्जे पासे पिक्चर देख पा रहे हो। इस पेज ब्रेक ते क्लिक करो। तुहाडी जिहड़ी
ਡਾਕੂਮੈਂਟ ਹੈ ਉਸ ਵਿੱਚ ਜਿਹੜਾ ਪੇਜ ਬ੍ਰੇਕ ਆ ਉਹ ਦਾਖਲ ਹੋ ਜਾਵੇਗੀ। ਅਗਲਾ ਸਾਡੇ ਕੋਲ ਹੁਣ ਪਾਰਟ ਨੰਬਰ 2 ਦੇ ਬਹੁਚੋਣਵੇਂ ਪ੍ਰਸ਼ਨ ਹੈ। ਪਹਿਲਾ ਪ੍ਰਸ਼ਨ ਹੈ, ਕਿਸੇ ਵੀ HTML ਦਸਤਾਵੇਜ਼ ਵਿੱਚ ਪਹਿਲਾ ਟੈਗ ਕੀ ਹੋਣਾ ਚਾਹੀਦਾ ਹੈ? ਸਾਡੇ ਕੋਲ ਇਸਦੇ ਆਪਸ਼ਨ ਹੈ ਹੈਡ, ਟਾਈਟਲ, HTML ਜਾਂ ਡਾਕੂਮੈਂਟ। ਸਾਡੇ ਕੋਲ ਸਹੀ ਆਨਸਰ ਹੈ ਕਿਸੇ ਵੀ HTML ਡਾਕੂਮੈਂਟ ਵਿੱਚ ਪਹਿਲਾ ਟੈਗ HTML ਹੋਣਾ ਚਾਹੀਦਾ ਹੈ। ਦੂਸਰਾ ਪ੍ਰਸ਼ਨ ਹੈ, ਲਾਈਨ ਬ੍ਰੇਕ ਪਾਉਣ ਲਈ ਸਹੀ HTML ਟੈਗ ਕੀ ਹੈ? ਸਾਡੇ ਕੋਲ ਇਸਦੇ ਆਪਸ਼ਨ ਨੇ BR, LB, ਬ੍ਰੇਕ ਜਾਂ ਨਿਊ ਲਾਈਨ। ਸਾਡੇ ਕੋਲ ਦਾ ਸਹੀ ਆਨਸਰ ਹੈ BR ਜਿਹੜਾ ਟੈਗ ਹੈ, ਇਸ ਦੇ ਰਾਹੀਂ ਅਸੀਂ ਲਾਈਨ ਬ੍ਰੇਕ ਨੂੰ ਲਗਾ ਸਕਦੇ ਹਾਂ। BR ਦਾ ਪੂਰਾ ਨਾਮ ਹੁੰਦਾ ਹੈ ਬ੍ਰੇਕ ਰੋ। ਤੀਸਰਾ ਸਾਡੇ ਕੋਲ ਇੱਕ ਵੈਬ ਪੇਜ ਤਸਵੀਰ ਦਿਖਾਉਂਦਾ ਹੈ, ਇਸ ਤਸਵੀਰ ਨੂੰ ਪ੍ਰਦਰਸ਼ਿਤ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ? ਸਾਡੇ ਕੋਲ ਇਸਦੇ ਆਪਸ਼ਨ ਨੇ ਪਿਕਚਰ, ਇਮੇਜ, IMG ਜਾਂ SRC। ਸਾਡੇ ਕੋਲ ਇਸ ਟੈਗ ਦਾ ਨਾਮ ਹੈ IMG, ਜਿਸ ਨੂੰ ਅਸੀਂ ਫੁੱਲ ਫਾਰਮ 'ਚ ਇਮੇਜ ਆਖਦੇ ਹਾਂ। ਅੱਗੇ ਸਾਡੇ ਕੋਲ ਚੌਥਾ ਚੋਣਵਾਂ ਪ੍ਰਸ਼ਨ ਹੈ, HTML ਦਸਤਾਵੇਜ਼ ਨੂੰ ਸੇਵ ਕਰਨ ਲਈ ਡੈਸ਼ ਐਕਸਟੈਂਸ਼ਨ ਦੀ ਵਰਤੀ ਜਾਂਦੀ ਹੈ। ਸਾਡੇ ਕੋਲ ਇਸਦੇ ਆਪਸ਼ਨ ਨੇ .htl, .html, .hlt, ਲਾਸਟ ਵਿੱਚ ਹੈਗਾ .html। ਸਾਡੇ ਕੋਲ ਸਹੀ ਆਨਸਰ ਹੈ HTML ਦਸਤਾਵੇਜ਼ ਨੂੰ ਸੇਵ ਕਰਨ ਲਈ .html ਐਕਸਟੈਂਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਵਾਂ ਸਾਡੇ ਕੋਲ ਟੇਬਲ ਵਿੱਚ ਹੋਰ ਵਰਤੇ ਜਾਂਦੇ ਟੈਗ ਹੇਠ ਲਿਖੇ ਅਨੁਸਾਰ ਹਨ TR, TD, TH ਜਾਂ ਇਹ ਸਾਰੇ। तो ये ਤਿੰਨੋਂ ਦੇ ਤਿੰਨੋਂ ਜਿਹੜੇ ਟੈਗ ਹੈ ਇਹ ਅਸੀਂ ਟੇਬਲ ਟੈਗ ਵਿੱਚ ਵਰਤਦੇ ਹਾਂ, ਇਸ ਕਰਕੇ ਇਹਦਾ ਆਨਸਰ ਆਏਗਾ ਇਹ ਸਾਰੇ। ਉਸ ਤੋਂ ਬਾਅਦ ਸਾਡੇ ਕੋਲ ਛੋਟੇ ਸਾਈਜ਼ ਦੇ ਹੈਡਿੰਗ ਲਈ ਸਹੀ HTML ਟੈਗ ਚੁਣੋ। ਪਹਿਲਾ ਸਾਡੇ ਕੋਲ ਹੈਡਿੰਗ, ਦੂਸਰਾ H1, ਤੀਸਰਾ H6, ਲਾਸਟ ਸਾਡੇ ਕੋਲ ਹੈਡ। ਤੇ ਇਸ ਵਿੱਚ ਜਿਹੜਾ H1 ਸਭ ਤੋਂ ਵੱਡੇ ਹੈਡਿੰਗ ਲਈ ਵਰਤਿਆ ਜਾਂਦਾ ਹੈ ਤੇ H6 ਉਸੇ ਲੜੀ 'ਚ ਸਭ ਤੋਂ ਛੋਟੇ ਹੈਡਿੰਗ ਲਈ ਵਰਤਿਆ ਜਾਂਦਾ ਹੈ। ਤੇ ਇਸ ਤਰ੍ਹਾਂ ਇਸ ਦਾ ਜਿਹੜਾ ਸਹੀ ਆਨਸਰ ਹੋਏਗਾ H6। ਅੱਗੇ ਸਾਡੇ ਕੋਲ 7ਵਾਂ ਬਹੁਚੋਣਵਾਂ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਕੰਟੇਨਰ ਟੈਗ ਨਹੀਂ ਹੈ? ਸਾਡੇ ਕੋਲ ਇਸਦੇ ਆਪਸ਼ਨ ਹੈ P, U, I ਜਾਂ ਇਮੇਜ। P ਦਾ ਨਾਮ ਹੈ ਪੈਰਾਗ੍ਰਾਫ, U ਤੋਂ ਅੰਡਰਲਾਈਨ, I ਤੋਂ ਇਟੈਲਿਕ, IMG ਤੋਂ ਇਮੇਜ। ਤਾਂ ਇਸ ਵਿੱਚ ਜਿਹੜਾ IMG ਇਮੇਜ ਟੈਗ ਹੈ ਇਹ ਸਾਡੇ ਕੋਲ ਕੰਟੇਨਰ ਟੈਗ ਨਹੀਂ ਹੈ। ਅੱਗੇ ਹੁਣ ਸਾਡੇ ਕੋਲ 8ਵਾਂ ਪੁਆਇੰਟ ਆ ਗਿਆ, HTML ਟੈਗ ਡੈਸ਼ ਬ੍ਰੈਕਟਾਂ ਵਿਚਕਾਰ ਵਰਤੇ ਜਾਂਦੇ ਹਨ, ਕਰਲੀ, ਐਂਗਲ, ਸਕੁਏਅਰ ਜਾਂ ਰਾਉਂਡ। ਜਿਵੇਂ ਕਿ ਤੁਸੀਂ 7ਵੇਂ ਪੁਆਇੰਟ ਦੇਖ ਪਾ ਰਹੇ ਹੋ, ਇਸ ਤਰ੍ਹਾਂ ਜਿਹੜੀ ਬ੍ਰੈਕਟਾਂ ਹੈ ਜਿਸ ਵਿੱਚ ਅਸੀਂ ਟੈਗ ਲਿਖਦੇ ਹਾਂ ਇਹਨਾਂ ਨੂੰ ਅਸੀਂ ਐਂਗਲ ਬ੍ਰੈਕਟ ਕਹਿੰਦੇ ਹਾਂ। ਤੇ HTML ਟੈਗ ਐਂਗਲ ਬ੍ਰੈਕਟ ਵਿਚਕਾਰ ਵਰਤੇ ਜਾਂਦੇ ਹਨ। 9ਵਾਂ ਸਾਡੇ ਕੋਲ ਡੈਸ਼ ਵੈਬ ਪੇਜ ਨੂੰ ਆਪਸ ਵਿੱਚ ਜੋੜਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਨੇ ਕਨੈਕਟਰ, ਲਿੰਕ, ਹਾਈਪਰ ਲਿੰਕ ਜਾਂ ਕੋਈ ਨਹੀਂ। ਤਾਂ ਵੈਬ ਪੇਜਾਂ ਨੂੰ ਆਪਸ ਵਿੱਚ ਜੋੜਨ ਲਈ ਸਾਨੂੰ ਹਾਈਪਰ ਲਿੰਕ ਦੀ ਜਿਹੜੀ ਜ਼ਰੂਰਤ ਹੈ ਉਹ ਪੈਂਦੀ ਹੈ। ਅੱਗੇ ਸਾਡੇ ਕੋਲ 10ਵਾਂ ਬਹੁਚੋਣਵਾਂ ਪ੍ਰਸ਼ਨ ਆ ਗਿਆ, ਕਿਹੜਾ ਟੈਗ ਵੈਬ ਪੇਜ ਤੇ ਹੋਰੀਜ਼ੋਨਟਲ ਲਾਈਨ ਬਣਾਉਂਦਾ ਹੈ? ਸਾਡੇ ਕੋਲ ਇਸਦੇ ਆਪਸ਼ਨ ਨੇ BK, ਲਾਈਨ, HR ਜਾਂ TR। ਸਾਡੇ ਕੋਲ ਇਸਦਾ ਸਹੀ ਆਨਸਰ ਹੈ HR। HR ਟੈਗ ਵੈਬ ਪੇਜ ਤੇ ਹੋਰੀਜ਼ੋਨਟਲ ਲਾਈਨ ਬਣਾਉਂਦਾ ਹੈ। HR ਦਾ ਪੂਰਾ ਨਾਮ ਹੁੰਦਾ ਹੋਰੀਜ਼ੋਨਟਲ ਰੋ ਜਾਂ ਰੂਲ। 11ਵਾਂ ਸਾਡੇ ਕੋਲ ਹੈ HTML ਦਾ ਪੂਰਾ ਨਾਮ ਕੀ ਹੈ? ਸਾਡੇ ਕੋਲ ਇਸਦੇ ਆਪਸ਼ਨ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਹਾਈਫਨੇਸ਼ਨ ਟੈਕਸਟ ਮਾਰਕਅਪ ਲੈਂਗੁਏਜ, ਹਾਈਫਨੇਸ਼ਨ ਟੈਕਸਟ ਮਾਰਕਅਪ ਲੈਂਗੁਏਜ, ਲਾਸਟ ਹਾਈਪਰ ਟੈਕਸਟ ਮਾਰਕਿੰਗ ਲੈਂਗੁਏਜ। ਸਾਡੇ ਕੋਲ HTML ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਉਸ ਤੋਂ ਬਾਅਦ ਸਾਡੇ ਕੋਲ 12ਵਾਂ ਪੁਆਇੰਟ ਹੈ, HTML ਵਿੱਚ ਤਿਆਰ ਕੀਤੇ ਵੈਬ ਪੇਜ ਨੂੰ ਡੈਸ਼ ਕਹਿੰਦੇ ਹਨ, ਯੈਲੋ ਪੇਜ, ਵੈਬ ਪੇਜ, ਸਰਵਰ ਪੇਜ ਜਾਂ ਫਰੰਟ ਪੇਜ। ਤਾਂ ਸਾਡੇ ਕੋਲ ਸਹੀ ਆਨਸਰ ਹੈ HTML ਵਿੱਚ ਤਿਆਰ ਕੀਤੇ ਗਏ ਵੈਬ ਪੇਜ ਨੂੰ ਵੈਬ ਪੇਜ ਕਹਿੰਦੇ ਹਨ। ਅਗਲਾ ਸਾਡੇ ਕੋਲ 13ਵਾਂ ਪੁਆਇੰਟ ਹੈ, ਇਹਨਾਂ ਵਿੱਚੋਂ ਕਿਹੜੀ ਚੀਜ਼ ਵੈਬ ਬਰਾਊਜ਼ਰ ਅਤੇ ਸਰਚ ਇੰਜਨ ਦੁਆਰਾ ਸਟੋਰ ਕਰਕੇ ਵਰਤੀ ਜਾਂਦੀ ਹੈ? ਪਹਿਲਾ ਹੈ ਕੁਕੀਜ਼, ਦੂਸਰਾ ਹੈ ਮੈਟਾ ਟੈਗ, ਤੀਸਰਾ ਹੈ ਫਾਰਮ, ਲਾਸਟ ਸਾਡੇ ਕੋਲ ਫਰੇਮਸ। ਸਾਡੇ ਕੋਲ ਸਹੀ ਆਨਸਰ ਹੈ ਕੁਕੀਜ਼। ਕੁਕੀਜ਼ ਜਿਹੜੀਆਂ ਫਾਈਲਸ ਹੁੰਦੀਆਂ ਹੈ ਉਹਦੇ ਵਿੱਚ ਜਿਹੜੇ ਜਿਸ ਵੀ ਸਾਈਟ 'ਤੇ ਤੁਸੀਂ ਵਿਜ਼ਿਟ ਕੀਤਾ ਹੈ ਜਾਂ ਹੋਰ ਵੀ ਕਾਫੀ ਸਾਰੀ ਜਿਹੜੀ ਜਾਣਕਾਰੀ ਹੈ URL ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਰੀ ਕੁਕੀਜ਼ ਹਿਸਟਰੀ ਦੇ ਰੂਪ ਵਿੱਚ ਸਾਡੇ ਵੈਬ ਬਰਾਊਜ਼ਰ ਵਿੱਚ ਸਟੋਰ ਕਰਕੇ ਰੱਖਦਾ ਹੈ। ਉਸ ਤੋਂ ਬਾਅਦ FTP ਪ੍ਰੋਗਰਾਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ? ਸਰਵਰ ਤੋਂ ਫਾਈਲਾਂ ਟ੍ਰਾਂਸਫਰ ਕਰਨ ਲਈ, ਵੈਬਸਾਈਟ ਨੂੰ ਬਣਾਉਣ ਲਈ, ਇੰਟਰਨੈਟ ਨਾਲ ਕਨੈਕਟ ਕਰਨ ਲਈ,
ਤੇ ਲਾਸਟ ਸਾਡੇ ਕੋਲ ਉਪਰੋਕਤ ਵਿੱਚੋਂ ਕੋਈ ਨਹੀਂ। तो FTP ਦਾ ਪੂਰਾ ਨਾਮ ਹੁੰਦਾ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਨਾਮ ਤੋਂ ਪਤਾ ਚੱਲ ਰਿਹਾ ਹੈ, ਇਸ ਕਰਕੇ ਸਾਡੇ ਦਾ ਸਹੀ ਆਨਸਰ ਹੈ ਸਰਵਰ ਤੋਂ ਫਾਈਲਾਂ ਟ੍ਰਾਂਸਫਰ ਕਰਨ ਲਈ FTP ਪ੍ਰੋਗਰਾਮ ਦੀ ਵਰਤੋਂ ਜਿਹੜੀ ਉਹ ਕੀਤੀ ਜਾਂਦੀ ਹੈ। ਪੰਜਵਾਂ ਸਾਡੇ ਕੋਲ HTML ਸਮਰਥਨ ਕਰਦਾ ਹੈ ਆਰਡਰ ਲਿਸਟ, ਅਨਆਰਡਰ ਲਿਸਟ ਦੋਨੋਂ ਜਾਂ ਕੋਈ ਨਹੀਂ। ਸਾਡੇ ਕੋਲ ਇਸ ਦਾ ਸਹੀ ਆਨਸਰ ਹੈ ਦੋਨੋਂ। HTML ਆਰਡਰ ਲਿਸਟ ਅਤੇ ਅਨਆਰਡਰ ਲਿਸਟ ਦੋਨਾਂ ਦਾ ਹੀ ਸਮਰਥਨ ਕਰਦਾ ਹੈ। ਅੱਗੇ ਹੁਣ ਸਾਡੇ ਕੋਲ ਖਾਲੀ ਥਾਂ ਆ ਗਈ। HTML ਦਾ ਪੂਰਾ ਨਾਮ ਹੈ ਡੈਸ਼ ਹੈ, ਸਾਡੇ ਕੋਲ ਸਹੀ ਆਨਸਰ ਇਹਦਾ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਦੂਸਰੀ ਖਾਲੀ ਥਾਂ ਹੈ ਇੱਕ ਅਨਆਰਡਰ ਲਿਸਟ ਦਰਸਾਉਣ ਲਈ ਅਨਆਰਡਰ ਸੂਚੀ ਵਰਤੀ ਜਾਂਦੀ ਹੈ। ਤੀਸਰਾ ਹੈ ਡੈਸ਼ ਟੈਗ ਨੂੰ ਸੂਚੀ ਦੇ ਐਲੀਮੈਂਟ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਹੈ ਟੈਗ ਹੈਗਾ LI ਦਾ ਪੂਰਾ ਨਾਮ ਹੈ ਲਿਸਟ। ਲਿਸਟ ਟੈਗ ਨੂੰ ਸੂਚੀ ਦੇ ਐਲੀਮੈਂਟ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਅਗਲਾ ਹੈ ਸਾਡੇ ਕੋਲ ALT ਦਾ ਮਤਲਬ ਹੈ ਅਲਟਰਨੇਟ ਟੈਕਸਟ। ਅਗਲਾ ਸਾਡੇ ਕੋਲ ਡੈਸ਼ HTML ਦਸਤਾਵੇਜ਼ ਦਾ ਮੁੱਖ ਹਿੱਸਾ ਹੈ ਜਿਸ ਵਿੱਚ ਵੈਬ ਪੇਜ ਦੇ ਬਾਕੀ ਬਾਰੇ ਸਾਰੀ ਜਾਣਕਾਰੀ ਮੌਜੂਦ ਹੈ। ਸਾਡੇ ਕੋਲ ਜਿਹੜਾ ਮੇਨ ਟੈਗ ਹੈ ਉਹ ਹੈਗਾ ਬੋਡੀ ਟੈਗ HTML ਦਸਤਾਵੇਜ਼ ਦਾ ਮੁੱਖ ਹਿੱਸਾ ਹੈ ਜਿਸ ਵਿੱਚ ਵੈਬ ਪੇਜ ਦੇ ਬਾਰੇ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਲਾਸਟ ਸਾਡੇ ਕੋਲ ਡੈਸ਼ ਵਿੱਚ ਟਾਈਟਲ ਸ਼ਾਮਲ ਹੁੰਦੇ ਹਨ ਜੋ ਕਿ HTML ਦਸਤਾਵੇਜ਼ ਦੀ ਹੈਡਿੰਗ ਦੀ ਪਛਾਣ ਕਰਦਾ ਹੈ। ਤੇ ਇਸ ਵਿੱਚ ਸਾਡੇ ਕੋਲ ਸਹੀ ਆਨਸਰ ਹੈ ਹੈਡ ਵਿੱਚ ਟਾਈਟਲ ਸ਼ਾਮਲ ਹੁੰਦੇ ਹਨ ਜੋ ਕਿ HTML ਦਸਤਾਵੇਜ਼ ਦੀ ਹੈਡਿੰਗ ਦੀ ਪਛਾਣ ਕਰਦਾ ਹੈ। ਅੱਗੇ ਸਾਡੇ ਕੋਲ 7ਵਾਂ ਪੁਆਇੰਟ ਆ ਗਿਆ। ਡੈਸ਼ ਸੌਫਟਵੇਅਰ ਨੂੰ ਇੱਕ ਵੈਬ ਪੇਜ ਤੇ ਪਹੁੰਚ ਕਰਨ ਲਈ ਵਰਤਿਆ ਜਾਂਦਾ ਹੈ। ਤੇ ਵੈਬ ਬਰਾਊਜ਼ਰ ਸੌਫਟਵੇਅਰ ਦੇ ਰਾਹੀਂ ਅਸੀਂ ਇੱਕ ਵੈਬ ਪੇਜ ਤੇ ਪਹੁੰਚ ਕਰਨ ਲਈ ਇਸ ਨੂੰ ਵਰਤ ਸਕਦੇ ਹਾਂ। 8ਵਾਂ ਹੈ HTML ਤੱਤ ਦੋ ਕਿਸਮਾਂ ਦੇ ਹੁੰਦੇ ਹਨ, ਡੈਸ਼ ਅਤੇ ਡੈਸ਼। ਤੇ ਇਹ ਸਾਡੇ ਕੋਲ ਹੈ ਕੰਟੇਨਰ ਅਤੇ ਐਮਪਟੀ। 9ਵਾਂ ਹੈ ਡੈਸ਼ HTML ਡਾਕੂਮੈਂਟ ਦਾ ਮੁੱਖ ਹਿੱਸਾ ਹੈ ਜਿਸ ਵਿੱਚ ਵੈਬ ਪੇਜ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। ਉਹ ਸਾਡੇ ਕੋਲ ਹੈ ਬੋਡੀ ਟੈਗ HTML ਡਾਕੂਮੈਂਟ ਦਾ ਮੁੱਖ ਹਿੱਸਾ ਹੈ ਜਿਸ ਵਿੱਚ ਵੈਬ ਪੇਜ ਬਾਰੇ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਲਾਸਟ ਸਾਡੇ ਕੋਲ ਪੁਆਇੰਟ ਹੈ ਡੈਸ਼ ਵਿੱਚ ਟਾਈਟਲ ਸ਼ਾਮਲ ਹੁੰਦੇ ਹਨ ਜੋ ਕਿ HTML ਦੀ ਹੈਡਿੰਗ ਦੀ ਪਛਾਣ ਕਰਦੇ ਹਨ। ਇਸ ਦਾ ਸਾਡਾ ਸਹੀ ਆਨਸਰ ਹੈ ਹੈਡਿੰਗ ਵਿੱਚ ਟਾਈਟਲ ਸ਼ਾਮਲ ਹੁੰਦੇ ਹਨ ਜੋ ਕਿ HTML ਦੀ ਹੈਡਿੰਗ ਦੀ ਪਛਾਣ ਕਰਦੇ ਹਨ। ਅੱਗੇ ਸਾਡੇ ਕੋਲ ਸਹੀ ਗਲਤ ਆ ਗਿਆ। HTML ਇੱਕ ਸਟਰਕਚਰਡ ਭਾਸ਼ਾ ਹੈ। ਸਹੀ। ਟੇਬਲ ਸਿਰਲੇਖ TH ਟੇਬਲ ਹੈਡਿੰਗ ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ /TH ਟੈਗ ਨਾਲ ਖਤਮ ਹੁੰਦਾ ਹੈ। ਸਹੀ। ਅਲਾਈਨ ਟੈਗ ਵੈਬ ਪੇਜ ਦੀਆਂ ਹੋਰ ਕੰਟੈਂਟ ਦੇ ਮੁਕਾਬਲੇ ਅਟੈਚ ਇਮੇਜਾਂ ਦੀ ਅਲਾਈਨਮੈਂਟ ਨਹੀਂ ਕਰਦਾ। ਗਲਤ। ਅਗਲਾ ਹੈ ਸੈੱਲ ਪੈਡਿੰਗ ਸੈੱਲ ਸੰਖੇਪਾਂ ਅਤੇ ਸੈੱਲ ਦੀ ਸਰਹੱਦ ਦੇ ਵਿਚਕਾਰ ਪਿਕਸਲ ਸਪੇਸ ਹੈ। ਸਹੀ। ਅਗਲਾ ਪੁਆਇੰਟ ਹੈ ਪਰਿਭਾਸ਼ਾ ਸੂਚੀ ਵਿੱਚ ਆਮ ਤੌਰ ਤੇ ਵੱਖ ਨਿਯਮ ਅਤੇ ਉਹਨਾਂ ਦੇ ਅਰਥ ਅਤੇ ਪਰਿਭਾਸ਼ਾ ਸ਼ਾਮਲ ਹੁੰਦੇ ਹਨ। ਸਹੀ। ਉਸ ਤੋਂ ਬਾਅਦ ਹੁਣ ਅੱਗੇ ਅਸੀਂ ਪੜਾਂਗੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਉਸ ਟੈਗ ਦਾ ਨਾਮ ਦੱਸੋ ਜੋ ਸ਼ੁਰੂ ਅਤੇ ਅੰਤ ਵਿੱਚ ਵਰਤਿਆ ਜਾਂਦਾ ਹੈ। तो साडा पहला टैग है HTML। दूसरा है HTML किसने डिज़ाइन की सी या किसने बनाई सी। तो HTML ਨੂੰ ਸਾਡੇ ਬਣਾਉਣ ਵਾਲੇ ਜਿਹੜੇ ਖੋਜਕਰਤਾ ਹੈ ਉਹਨਾਂ ਦਾ ਨਾਮ ਹੈ ਟਿਮ ਬਰਨਰ ਲੀ। तीसरा पॉइंट है उस टैग का नाम दसो जिस ਵਿੱਚ ਸਾਰੇ ਵੈਬ ਪੇਜ ਦੀ ਸੂਚਨਾ स्टोर ਹੁੰਦੀ ਹੈ। तो ਸਾਡੇ ਕੋਲ ਹੈ ਬੋਡੀ ਟੈਗ। अगला है HTML ਦਸਤਾਵੇਜ਼ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਂਸ਼ਨ ਵਰਤੀ ਜਾਂਦੀ ਹੈ। तो ਸਾਡੇ ਕੋਲ ਸਹੀ ਆਨਸਰ ਹੈ .htm ਜਾਂ .html। अगला है उस टैग का नाम दसो जो कि एम्प्टी टैग है ਅਤੇ ਇੱਕ ਲਾਈਨ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ। ਤੇ ਸਾਡੇ ਕੋਲ ਹੈ BR ਟੈਗ। BR ਦਾ ਮਤਲਬ ਹੈ ਬ੍ਰੇਕ रो मतलब लाइन ਨੂੰ ब्रेक करना तोड़ना। अगला ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਆ ਗਏ ਹੁਣ। HTML ਕੀ ਹੈ। HTML ਦਾ ਪੂਰਾ ਨਾਮ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਹੈ। ਇਹ ਇੱਕ ਸਧਾਰਨ ਭਾਸ਼ਾ ਹੈ। ਇਹ ਟੈਕਸਟ ਬੇਸ ਹੁੰਦੀ ਹੈ। ਇਸ ਦੀ ਵਰਤੋਂ ਵੈਬ ਪੇਜ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਵੈਬ ਪੇਜ ਵਿੱਚ ਵਰਤੀਆਂ ਜਾਣ ਵਾਲੀਆਂ HTML ਦੀਆਂ ਕਮਾਂਡਸ ਨੂੰ ਟੈਗ ਕਿਹਾ ਜਾਂਦਾ ਹੈ। ਟੈਗ ਨੂੰ ਐਂਗਲ ਬ੍ਰੈਕਟਾਂ ਨਾਲ ਦਰਸਾਇਆ ਜਾਂਦਾ ਹੈ। HTML ਵਿੱਚ ਦੋ ਕਿਸਮਾਂ ਦੇ ਟੈਗ ਵਰਤੇ ਜਾਂਦੇ ਹਨ, ਕੰਟੇਨਰ ਟੈਗ ਅਤੇ ਐਮਪਟੀ ਟੈਗ। ਅਗਲਾ ਪ੍ਰਸ਼ਨ ਹੈ ਇੱਕ ਟੈਗ ਕੀ ਹੈ। ਵੈਬ ਪੇਜ ਵਿੱਚ ਵਰਤੀਆਂ ਜਾਣ ਵਾਲੀਆਂ HTML ਦੀਆਂ ਕਮਾਂਡਸ ਨੂੰ ਅਸੀਂ ਟੈਗ ਕਹਿੰਦੇ ਹਾਂ। ਟੈਗ ਕੁਝ ਖਾਸ ਨਿਰਦੇਸ਼ ਹੁੰਦੇ ਹਨ ਜੋ ਵੈਬ ਬਰਾਊਜ਼ਰ ਨੂੰ ਵਿਸ਼ੇਸ਼ ਕਾਰਜ ਕਰਨ ਲਈ ਨਿਰਦੇਸ਼ ਦਿੰਦੇ ਹਨ। ਟੈਗ ਨੂੰ ਐਂਗਲ ਬ੍ਰੈਕਟਾਂ ਨਾਲ ਦਰਸਾਇਆ ਜਾਂਦਾ ਹੈ। HTML ਵਿੱਚ ਦੋ ਕਿਸਮ ਦੇ ਟੈਗ ਵਰਤੇ ਜਾਂਦੇ ਹਨ। ਪਹਿਲਾ ਹੈ ਕੰਟੇਨਰ ਟੈਗ, ਦੂਸਰਾ ਐਮਪਟੀ ਟੈਗ।
ਪਹਿਲਾਂ ਅਸੀਂ ਕੰਟੇਨਰ ਟੈਗ ਦੀ ਗੱਲ ਕਰਾਂਗੇ। ਇਹਨਾਂ ਨੂੰ ਪੇਅਰ ਟੈਗ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ। ਇਹ ਡਾਕੂਮੈਂਟ ਵਿੱਚ 2 ਵਾਰ ਵਰਤੇ ਜਾਂਦੇ ਹਨ। ਉਦਾਹਰਨ ਲਈ ਐਂਗਲ ਬ੍ਰੈਕਟ B ਹੈਲੋ, ਫਿਰ ਐਂਗਲ ਬ੍ਰੈਕਟ /B ਕਲੋਜ਼ਿੰਗ ਐਂਗਲ ਬ੍ਰੈਕਟ। ਉਸ ਤੋਂ ਬਾਅਦ ਅਗਲਾ ਹੈ ਐਮਪਟੀ ਟੈਗ। ਇਹਨਾਂ ਨੂੰ ਸਿੰਗੂਲਰ ਟੈਗ ਵੀ ਕਿਹਾ ਜਾਂਦਾ ਹੈ। ਇਹ ਡਾਕੂਮੈਂਟ ਵਿੱਚ 1 ਵਾਰ ਵਰਤੇ ਜਾਂਦਾ ਹੈ। ਉਦਾਹਰਨ ਲਈ BR ਟੈਗ। ਅਗਲਾ ਸਾਡੇ ਕੋਲ ਇਮੇਜ ਟੈਗ ਕੀ ਹੈ ਸਮਝਾਓ। ਵੈਬ ਪੇਜ ਵਿੱਚ ਤਸਵੀਰ ਲਗਾਉਣ ਲਈ IMG ਜਾਂ ਇਮੇਜ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਐਮਪਟੀ ਟੈਗ ਹੈ। ਇਸ ਨੂੰ IMG ਟੈਗ ਨਾਲ ਸ਼ੁਰੂ ਕੀਤਾ ਜਾਂਦਾ ਹੈ, ਪਰੰਤੂ ਇਸ ਨੂੰ ਬੰਦ ਨਹੀਂ ਕੀਤਾ ਜਾਂਦਾ। ਇਮੇਜ ਟੈਗ ਵਿੱਚ SRC, ਜਿਸਦਾ ਪੂਰਾ ਨਾਮ ਹੈ ਸੋਰਸ ਐਟਰੀਬਿਊਟ ਦੀ ਮਦਦ ਨਾਲ ਤਸਵੀਰ ਦਾ ਐਡਰੈਸ ਸੈੱਟ ਕੀਤਾ ਜਾਂਦਾ ਹੈ। ਉਦਾਹਰਨ ਲਈ ਲੈਫਟ ਐਂਗਲ ਬ੍ਰੈਕਟ ਇਮੇਜ SRC ਬਰਾਬਰ ਫਾਈਲ ਦਾ ਪਾਥ ਡਬਲ ਕੋਡ ਵਿੱਚ sample.jpg ਉਸ ਫਾਈਲ ਦਾ ਨਾਮ ਹੈ ਜੋ ਫੋਟੋ ਅਸੀਂ ਆਪਣੇ ਡਾਕੂਮੈਂਟ ਤੇ ਲਗਾਉਣਾ ਚਾਹੁੰਦੇ ਹਾਂ। ਲਾਸਟ ਅਸੀਂ ਐਂਗਲ ਬ੍ਰੈਕਟ ਨਾਲ ਇਸ ਨੂੰ ਬੰਦ ਕਰ ਦਿੱਤਾ ਹੈ। ਇੱਕ ਟੇਬਲ ਬਣਾਉਣ ਲਈ ਕਿਹੜੇ ਟੈਗ ਵਰਤੇ ਜਾਂਦੇ ਹਨ? ਤਾਂ ਟੇਬਲ ਬਣਾਉਣ ਲਈ ਜਿਹੜੇ ਸਾਡੇ ਕੋਲ ਮੁੱਖ ਟੈਗ ਹੈ, ਪਹਿਲਾ ਟੇਬਲ ਟੈਗ, TR ਟੇਬਲ ਰੋ, TH ਟੇਬਲ ਹੈਡਿੰਗ ਟੈਗ, TD ਟੇਬਲ ਡਾਟਾ ਟੈਗ। ਪੰਜਵਾਂ ਆਪਰੇਸ਼ਨ ਹੈ ਫੌਂਟ ਟੈਗ ਦਾ ਐਟਰੀਬਿਊਟ ਸਹਿਤ ਵਰਣਨ ਕਰੋ। ਫੌਂਟ ਟੈਗ ਦੀ ਵਰਤੋਂ ਵੈਬ ਪੇਜ ਵਿੱਚ ਟੈਕਸਟ ਦੇ ਸਟਾਈਲ, ਆਕਾਰ ਅਤੇ ਰੰਗ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਫੌਂਟ ਟੈਗ ਇੱਕ ਕੰਟੇਨਰ ਟੈਗ ਹੈ। ਇਹ ਫੌਂਟ ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ ਫੌਂਟ ਟੈਗ ਨਾਲ ਹੀ ਬੰਦ ਹੁੰਦਾ ਹੈ। ਫੇਸ, ਸਾਈਜ਼ ਅਤੇ ਕਲਰ ਫੌਂਟ ਟੈਗ ਵਿੱਚ ਵਰਤੇ ਜਾਣ ਵਾਲੇ ਮੁੱਖ ਐਟਰੀਬਿਊਟ ਹਨ। ਉਦਾਹਰਨ ਲਈ ਲੈਫਟ ਐਂਗਲ ਬ੍ਰੈਕਟ ਫੌਂਟ ਸਪੇਸ ਦੇ ਕੇ ਫੇਸ ਬਰਾਬਰ ਫੌਂਟ ਦਾ ਨਾਮ ਹੈ ਏਰੀਅਲ ਤੋਂ ਬਾਅਦ ਸਪੇਸ ਦੇ ਕੇ ਸਾਈਜ਼ ਦਾ ਕਿੱਡਾ ਆਕਾਰ ਰੱਖਣਾ ਹੈ ਅੱਖਰਾਂ ਦਾ 2 ਲਿਖ ਦਿੱਤਾ। ਉਸ ਤੋਂ ਬਾਅਦ ਜਿਹੜਾ ਟੈਕਸਟ ਹੈ ਉਸਦਾ ਕਲਰ ਕੀ ਹੋਏਗਾ ਰੈੱਡ ਤੋਂ ਬਾਅਦ ਐਂਗਲ ਬ੍ਰੈਕਟ ਨੂੰ ਬੰਦ ਕਰ ਦਿੱਤਾ। ਉਸ ਤੋਂ ਬਾਅਦ ਮੈਸੇਜ ਲਿਖਣਾ ਹੈ ਜਿਸ ਤੇ ਅਸੀਂ ਫੌਂਟ ਅਪਲਾਈ ਕਰਨਾ ਚਾਹੁੰਦੇ ਹਾਂ, ਜਿਵੇਂ ਅਸੀਂ ਹੈਲੋ ਲਿਖਤਾ। ਹੈਲੋ ਤੋਂ ਬਾਅਦ ਫੌਂਟ ਟੈਗ ਜਿਹੜਾ ਕਲੋਜ਼ਿੰਗ ਟੈਗ ਹੈ ਉਹ ਲਗਾ ਦਿੱਤਾ। ਉਸ ਤੋਂ ਬਾਅਦ ਵੈਬ ਬਰਾਊਜ਼ਰ ਦੀ ਵਿਆਖਿਆ ਕਰੋ। ਵੈਬ ਬਰਾਊਜ਼ਰ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਇੰਟਰਨੈਟ ਵਿੱਚ ਮੌਜੂਦ ਵੈਬ ਪੇਜਾਂ ਨੂੰ ਯੂਜ਼ਰ ਲਈ ਸਰਚ ਕਰਕੇ ਮਨੁੱਖੀ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ। ਇਹਨਾਂ ਵੈਬ ਪੇਜਾਂ ਵਿੱਚ ਮੌਜੂਦ ਜਾਣਕਾਰੀ ਵਿੱਚ ਗ੍ਰਾਫਿਕਸ, ਮਲਟੀਮੀਡੀਆ, ਸਧਾਰਨ ਟੈਕਸਟ ਸ਼ਾਮਲ ਹੁੰਦਾ ਹੈ। ਇੱਕ ਵੈਬ ਬਰਾਊਜ਼ਰ ਵੈਬ ਨਿਯਮਾਂ ਦੇ ਅਨੁਸਾਰ ਵੈਬ ਪੇਜਾਂ ਤੋਂ ਡਾਟਾ ਪ੍ਰਾਪਤ ਕਰਦਾ ਹੈ। ਅੱਗੇ ਸਾਡੇ ਕੋਲ ਹੈਡ ਅਤੇ ਟਾਈਟਲ ਟੈਗ ਨੂੰ ਸਮਝਾਓ। ਹੈਡ ਟੈਗ ਵੈਬ ਪੇਜ ਦੇ ਸਿਰਲੇਖ ਜਾਂ ਟਾਈਟਲ ਬਾਰੇ ਜਾਣਕਾਰੀ ਦਿੰਦਾ ਹੈ। ਹੈਡ ਟੈਗ ਨੂੰ ਵੈਬ ਪੇਜ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਹੈਡ ਟੈਗ ਨਾਲ ਸ਼ੁਰੂ ਅਤੇ / ਹੈਡ ਟੈਗ ਨਾਲ ਬੰਦ ਹੁੰਦਾ ਹੈ। ਅਗਲਾ ਸਾਡੇ ਕੋਲ ਟਾਈਟਲ ਟੈਗ ਦਸਤਾਵੇਜ਼ ਸ਼ੁਰੂ ਕੀਤਾ ਜਾਂਦਾ ਹੈ ਅਤੇ ਟਾਈਟਲ ਟੈਗ ਦੇ ਨਾਲ ਹੀ ਬੰਦ ਕੀਤਾ ਜਾਂਦਾ ਹੈ ਕਿਉਂਕਿ ਇਹ ਕੰਟੇਨਰ ਟੈਗ ਹੈ। ਐਮਪਟੀ ਟੈਗ ਵੈਬ ਪੇਜ ਦਾ ਸਿਰਲੇਖ ਜਾਂ ਟਾਈਟਲ ਪਰਿਭਾਸ਼ਿਤ ਕਰਦਾ ਹੈ ਜੋ ਵੈਬ ਬਰਾਊਜ਼ਰ ਦੇ ਟਾਈਟਲ ਬਾਰ ਤੇ ਪ੍ਰਦਰਸ਼ਿਤ ਹੁੰਦਾ ਹੈ ਜਦੋਂ ਅਸੀਂ ਵੈਬ ਪੇਜ ਨੂੰ ਵੈਬ ਬਰਾਊਜ਼ਰ ਵਿੱਚ ਖੋਲ੍ਹਦੇ ਹਾਂ। ਅਗਲਾ ਸਾਡੇ ਕੋਲ ਟੈਗ ਹੈ ਬੋਡੀ ਟੈਗ ਦਾ ਉਦੇਸ਼ ਕੀ ਹੈ? ਬੋਡੀ ਟੈਗ ਬਰਾਊਜ਼ਰ ਵਿੱਚ ਵੈਬ ਪੰਨੇ ਦੇ ਲੋਡ ਹੋਣ ਤੇ ਵੈਬ ਪੇਜ ਦੀ ਅਸਲ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ। ਇਸ ਵਿੱਚ ਟੈਕਸਟ, ਚਿੱਤਰ, ਆਡੀਓ, ਵੀਡੀਓ ਆਦਿ ਦੇ ਤੱਤ ਸ਼ਾਮਲ ਹੋ ਸਕਦੇ ਹਨ। ਇਹ ਬੋਡੀ ਟੈਗ ਨਾਲ ਸ਼ੁਰੂ ਅਤੇ ਬੋਡੀ ਟੈਗ ਨਾਲ ਬੰਦ ਹੁੰਦਾ ਹੈ। HTML ਵਿੱਚ ਵਰਤੀਆਂ ਜਾਣ ਵਾਲੀਆਂ ਮੁੱਖ ਸੂਚੀਆਂ ਕਿਹੜੀਆਂ ਹਨ? ਸਾਡੇ ਕੋਲ HTML ਵਿੱਚ ਮੁੱਖ 3 ਤਰ੍ਹਾਂ ਦੀ ਸੂਚੀਆਂ ਵਰਤੀਆਂ ਜਾਂਦੀਆਂ ਹਨ। ਪਹਿਲੀ ਸਾਡੇ ਕੋਲ ਆਰਡਰ ਲਿਸਟ, ਦੂਸਰੀ ਅਨਆਰਡਰ ਲਿਸਟ, ਤੀਸਰੀ ਸਾਡੇ ਕੋਲ ਨੈਸਟਡ ਲਿਸਟ। ਅਗਲਾ ਸਾਡੇ ਕੋਲ ਪਾਰਟ ਨੰਬਰ 3 ਦੇ ਬਹੁਚੋਣਵੇਂ ਆਪਰੇਸ਼ਨ ਹੈ। ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ? ਈਮੇਲ ਦੇ ਕੰਟੈਂਟ ਡਿਸਪਲੇ ਕਰਨ ਲਈ, ਐਨੀਮੇਸ਼ਨ ਇਫੈਕਟ ਨੂੰ ਡਿਸਪਲੇ ਕਰਨ ਲਈ, ਤੀਸਰਾ ਹੈ ਯੂਜ਼ਰ ਤੋਂ ਇਨਪੁਟ ਲੈਣ ਲਈ, ਲਾਸਟ ਸਾਡੇ ਕੋਲ ਕੋਈ ਨਹੀਂ। ਤਾਂ ਫਾਰਮ ਦੀ ਵਰਤੋਂ ਅਸੀਂ ਯੂਜ਼ਰ ਤੋਂ ਇਨਪੁਟ ਲੈਣ ਲਈ ਕਰਦੇ ਹਾਂ। ਅਗਲਾ ਹੈ CSS ਦਾ ਪੂਰਾ ਨਾਮ ਕੀ ਹੈ? ਕਾਸਕੇਡਿੰਗ ਸਟਾਈਲ ਸ਼ੀਟ, ਕਾਸਟਿਊਮ ਸਟਾਈਲ ਸ਼ੀਟ, ਕਾਸਕੇਡਿੰਗ ਸਿਸਟਮ ਸਟਾਈਲ ਜਾਂ ਕੋਈ ਨਹੀਂ। ਸਾਡੇ ਕੋਲ ਸਹੀ ਆਨਸਰ ਕਾਸਕੇਡਿੰਗ ਸਟਾਈਲ ਸ਼ੀਟ। ਤੀਸਰਾ ਸਾਡੇ ਕੋਲ ਹੈ ਇੱਕ ਇਮੇਜ ਲਗਾਉਣ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ? ਪਿਕਚਰ, ਇਮੇਜ, IMG ਜਾਂ SRC। ਸਾਡੇ ਕੋਲ ਦਾ ਸਹੀ ਟੈਗ ਹੈ IMG। ਅਗਲਾ ਸਾਡੇ ਕੋਲ ਹੈ ਨਿਮਨਲਿਖਤ ਵਿੱਚੋਂ ਕਿਹੜੀ ਸਭ ਤੋਂ ਵੱਧ ਆਮ ਤੌਰ ਤੇ ਵਰਤੀ ਜਾਣ ਵਾਲੀ HTML ਵਿਧੀ ਹੈ? ਸਾਡੇ ਕੋਲ ਇਸਦਾ ਹੈ ਪ੍ਰੀ ਐਂਡ ਪੋਸਟ, ਗੈਟ ਐਂਡ ਸੈਟ, ਆਸਕ ਐਂਡ ਰਿਪਲਾਈ ਜਾਂ ਗੈਟ ਅਤੇ ਪੋਸਟ। ਸਾਡੇ ਕੋਲ ਇਸਦਾ ਸਹੀ ਆਨਸਰ ਹੈ ਗੈਟ ਅਤੇ ਪੋਸਟ। ਸਾਡੇ ਕੋਲ ਡਾਟਾ ਭੇਜਣ ਦੀ ਸਭ ਤੋਂ ਵਧੀਆ ਜਿਹੜੀ ਵਿਧੀ ਹੈ। ਕੀ ਇੱਕ ਵੈਬ ਪੇਜ ਵਿੱਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ? ਹਾਂ, ਨਹੀਂ, ਸਿਰਫ ਫਰੇਮ ਵਿੱਚ ਜਾਂ ਕੋਈ ਨਹੀਂ। ਤਾਂ ਸਾਡੇ ਕੋਲ ਸਹੀ ਆਨਸਰ ਹੈ ਹਾਂ, ਇੱਕ ਵੈਬ ਪੇਜ ਵਿੱਚ ਲਿੰਕ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ।
छेवीं साडे कोल पॉइंट है एक HTML ਫਾਰਮ ਇੱਕ ਵੈਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਲ ਹਨ ਜਿੱਥੇ ਕਿ ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ ਅਤੇ ਵੈਬ ਸਰਵਰ ਤੇ ਭੇਜ ਦਿੱਤਾ ਜਾਂਦਾ ਹੈ ਦੋਵੇਂ ਊੜਾ ਅਤੇ ਐੜਾ ਜਾਂ ਕੋਈ ਨਹੀਂ। ਤਾਂ ਸਾਡੇ ਕੋਲ ਇਹਦਾ ਸਹੀ ਆਨਸਰ ਹੈ ਊੜਾ ਅਤੇ ਐੜਾ। ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ ਅਤੇ ਵੈਬ ਸਰਵਰ ਤੇ ਭੇਜ ਦਿੱਤਾ ਜਾਂਦਾ ਹੈ। ਅੱਗੇ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਟੈਗ ਨੂੰ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਸਹੀ ਆਨਸਰ ਹੈ ਐਂਕਰ ਟੈਗ। ਐਂਕਰ ਟੈਗ ਨੂੰ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਅਗਲਾ ਸਾਡੇ ਕੋਲ ਹੈ ਵੈਬ ਪੇਜ ਦੇ ਦਿੱਤੇ ਗਏ ਕਿਸੇ ਹਿੱਸੇ ਲਈ ਲਿੰਕ ਨੂੰ ਪਰਿਭਾਸ਼ਿਤ ਕਰਦਾ ਹੈ ਉਹ ਸਾਡੇ ਕੋਲ ਟੈਗ ਹੈ ਹਾਈਪਰ ਰੈਫਰੈਂਸ ਹਰੀਫ। ਅਗਲਾ ਸਾਡੇ ਕੋਲ ਹੈ ਡੈਸ਼ ਦੀ ਵਰਤੋਂ ਵੈਬ ਸਰਵਰ ਵਿੱਚ ਜਾਣਕਾਰੀ ਨੂੰ ਭਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦਾ ਸਹੀ ਆਨਸਰ ਹੈ ਫਾਰਮ। ਫਾਰਮ ਦੀ ਵਰਤੋਂ ਵੈਬ ਸਰਵਰ ਵਿੱਚ ਜਾਣਕਾਰੀ ਨੂੰ ਭਰਨ ਜਾਂ ਭੇਜਣ ਲਈ ਕੀਤੀ ਜਾਂਦੀ ਹੈ। ਤੁਸੀਂ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਡੈਸ਼ ਰਾਹੀਂ ਫਾਰਮ ਵਿੱਚ ਵਰਤ ਸਕਦੇ ਹੋ। ਸਾਡੇ ਕੋਲ ਡੈਸ਼ ਵਿੱਚ ਆਉਣਾ ਹੈ ਟੈਕਸਟ ਏਰੀਆ। ਅਗਲਾ ਹੈ ਇੱਕ ਫਾਰਮ ਵਿੱਚ ਕਈ ਵਿਕਲਪ ਚੁਣਨ ਲਈ ਅਸੀਂ ਡੈਸ਼ ਦੀ ਵਰਤੋਂ ਕਰ ਸਕਦੇ ਹਾਂ ਉਹ ਸਾਡੇ ਕੋਲ ਹੈ ਚੈੱਕ ਬਾਕਸ। ਛੇਵੀਂ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਦੀ ਵਰਤੋਂ ਇੱਕ ਵਾਰ ਵਿੱਚ ਬਹੁਤੇ ਵਿਕਲਪਾਂ ਤੋਂ ਇੱਕ ਚੋਣ ਨੂੰ ਦੇਖਣ ਲਈ ਕੀਤੀ ਜਾਂਦੀ ਹੈ। ਤਾਂ ਸਾਡੇ ਕੋਲ ਸਹੀ ਆਨਸਰ ਹੈ ਰੇਡੀਓ ਬਟਨ। ਸਰਵਰ ਤੇ ਜਾਣਕਾਰੀ ਭੇਜਣ ਲਈ ਡੈਸ਼ ਬਟਨ ਦੀ ਵਰਤੋਂ ਕਰ ਸਕਦੇ ਹਾਂ। ਤਾਂ ਸਰਵਰ ਤੇ ਜਾਣਕਾਰੀ ਭੇਜਣ ਲਈ ਅਸੀਂ ਸਬਮਿਟ ਬਟਨ ਰਾਹੀਂ ਜਿਹੜੀ ਜਾਣਕਾਰੀ ਹੈ ਉਹ ਸਰਵਰ ਤੱਕ ਪਹੁੰਚਾ ਸਕਦੇ ਹਾਂ। ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ਼ ਕਰਨ ਲਈ ਅਸੀਂ ਡੈਸ਼ ਬਟਨ ਦੀ ਵਰਤੋਂ ਕਰ ਸਕਦੇ ਹਾਂ। ਸਾਡੇ ਕੋਲ ਸਹੀ ਆਨਸਰ ਹੈ ਰੀਸੈਟ ਬਟਨ। ਰੀਸੈਟ ਬਟਨ ਰਾਹੀਂ ਅਸੀਂ ਫਾਰਮ ਦੇ ਵਿੱਚ ਜੋ ਵੀ ਸੂਚਨਾ ਭਰੀ ਉਹਨੂੰ ਦੁਬਾਰਾ ਤੋਂ ਰੀਫਰੈਸ਼ ਜਾਂ ਰੀਸੈਟ ਕਰ ਸਕਦੇ ਹਾਂ। ਡੈਸ਼ ਵੈਬ ਬਰਾਊਜ਼ਰ ਵਿੰਡੋ ਨੂੰ ਮਲਟੀਪਲ HTML ਡਾਕੂਮੈਂਟ ਵਿੱਚ ਵੰਡਦਾ ਹੈ। ਸਾਡੇ ਕੋਲ ਸਹੀ ਆਨਸਰ ਹੈ ਫਰੇਮ। ਫਰੇਮ ਦੇ ਰਾਹੀਂ ਅਸੀਂ ਇੱਕ ਵਿੰਡੋ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਜਿਹੜੇ ਵੱਖ-ਵੱਖ ਵੈਬ ਪੇਜਿਸ ਆ ਉਹਨਾਂ ਨੂੰ ਉਹਦੇ ਵਿੱਚ ਪ੍ਰਦਰਸ਼ਿਤ ਕਰ ਸਕਦੇ ਹਾਂ। ਫਰੇਮ ਸੈਟ ਟੈਗ ਵਿੱਚ ਅਸੀਂ ਡੈਸ਼ ਅਤੇ ਡੈਸ਼ ਨੂੰ ਐਟਰੀਬਿਊਟ ਵਜੋਂ ਵਰਤ ਸਕਦੇ ਹਾਂ। ਸਾਡੇ ਕੋਲ ਸਹੀ ਆਨਸਰ ਹੈ ਰੋ ਅਤੇ ਕਾਲਸ ਐਟਰੀਬਿਊਟ ਵਜੋਂ ਅਸੀਂ ਇਸ ਨੂੰ ਵਰਤ ਸਕਦੇ ਹਾਂ। ਅੱਗੇ ਸਾਡੇ ਕੋਲ ਆ ਗਿਆ ਸਹੀ ਗਲਤ ਦੱਸੋ। ਇੱਕ ਅਨਵਿਜ਼ਿਟਡ ਲਿੰਕ ਅੰਡਰਲਾਈਨ ਹੁੰਦਾ ਹੈ ਅਤੇ ਇਸ ਦਾ ਰੰਗ ਨੀਲਾ ਹੁੰਦਾ ਹੈ ਸਹੀ। ਬੁੱਕਮਾਰਕ ਨੂੰ ਵੈਬ ਪੰਨੇ ਦੇ ਬਾਹਰ ਲਿੰਕ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ ਗਲਤ। ਵੈਬਸਾਈਟ ਤੋਂ ਬਾਹਰਲੇ ਲਿੰਕ ਨੂੰ ਐਕਸਟਰਨਲ ਲਿੰਕ ਵਜੋਂ ਜਾਣਿਆ ਜਾਂਦਾ ਹੈ ਸਹੀ। ਇਨਪੁਟ ਟਾਈਪ ਇਕੁਅਲ ਟੂ ਡਬਲ ਕੋਟ 'ਚ ਪਾਸਵਰਡ ਰਾਈਟ ਐਂਗਲ ਬ੍ਰੈਕਟ ਟੈਕਸਟ ਬਾਕਸ ਵਿੱਚ ਸਟਾਰ ਦਿਖਾਵੇਗਾ ਸਹੀ। ਸਿਲੈਕਸ਼ਨ ਲਿਸਟ ਡ੍ਰੌਪ ਡਾਊਨ ਲਿਸਟ ਨੂੰ ਦਰਸਾਉਣ ਲਈ ਵਰਤੀਆਂ ਜਾਂਦੀਆਂ ਹਨ ਸਹੀ। ਅਗਲੇ ਹੁਣ ਸਾਡੇ ਕੋਲ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ। ਕਿਸੇ ਵੈਬ ਪੇਜ ਨੂੰ ਲਿੰਕ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ ਐਂਕਰ ਟੈਗ। ਦੂਸਰਾ ਹੈ ਕਿਹੜਾ ਲਿੰਕ ਵੈਬਸਾਈਟ ਤੋਂ ਬਾਹਰ ਪਰਿਭਾਸ਼ਿਤ ਕੀਤਾ ਜਾਂਦਾ ਹੈ ਐਕਸਟਰਨਲ ਲਿੰਕ। ਤੀਸਰਾ ਸਾਡੇ ਕੋਲ ਜਦੋਂ ਇੱਕ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਕਿਹੜਾ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਫਾਰਮ ਡਾਟਾ ਕਿੱਥੇ ਭੇਜਣਾ ਹੈ ਤੇ ਸਾਡੇ ਕੋਲ ਐਕਸ਼ਨ ਐਟਰੀਬਿਊਟ। ਅਗਲਾ ਹੈ ਇਹ ਵਿਧੀ ਉਪਭੋਗਕਰਤਾ ਦੁਆਰਾ URL ਪਾਥ ਦੀ ਵਰਤੋਂ ਕਰਕੇ ਫੀਡ ਡਾਟਾ ਨੂੰ ਐਨਕੋਡ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਸਰਵਰ ਨੂੰ ਭੇਜਿਆ ਜਾਂਦਾ ਹੈ। ਸਾਡੇ ਕੋਲ ਸਹੀ ਦਾ ਆਨਸਰ ਹੈ ਗੈਟ ਮੈਥਡ ਦੇ ਰਾਹੀਂ ਇਹ ਡਾਟਾ ਹੈ ਉਸ ਨੂੰ ਇਨਕੋਡ ਕਰਕੇ ਸਰਵਰ ਤੱਕ ਪਹੁੰਚਾਇਆ ਜਾਂਦਾ ਹੈ। ਅਗਲਾ ਸਾਡੇ ਕੋਲ ਦਿੱਤੇ ਗਏ ਵੈਬ ਪੰਨੇ ਤੇ ਕੁਝ ਜਾਣਕਾਰੀ ਕੁਝ ਕਾਰਵਾਈ ਕਰਨ ਲਈ ਕੀ ਵਰਤਿਆ ਜਾਂਦਾ ਹੈ ਤੇ ਸਾਡੇ ਕੋਲ ਸਹੀ ਆਨਸਰ ਹੈ ਬਟਨ। ਅੱਗੇ ਹੁਣ ਅਸੀਂ ਪੜਾਂਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਹਾਈਪਰਲਿੰਕ ਕੀ ਹੁੰਦਾ ਹੈ। ਹਾਈਪਰਲਿੰਕ ਨੂੰ ਲਿੰਕ ਜਾਂ ਹਾਈਪਰਟੈਕਸਟ ਲਿੰਕ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਇੱਕ ਦਸਤਾਵੇਜ਼ ਨੂੰ ਟੈਕਸਟ ਜਾਂ ਚਿੱਤਰ ਰਾਹੀਂ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਨਾਲ ਜੋੜਿਆ ਜਾ ਸਕਦਾ ਹੈ। ਵੈਬ ਬਰਾਊਜ਼ਰ ਹਾਈਪਰਲਿੰਕ ਨੂੰ ਨੀਲੇ ਰੰਗ ਵਿੱਚ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਦੇ ਹੇਠਾਂ ਲਾਈਨ ਨੀਲੇ ਕਲਰ ਦੀ ਲਾਈਨ ਖਿੱਚਦਾ ਹੈ। ਹਾਈਪਰਲਿੰਕ ਹੀ ਇੱਕ ਵੈਬਸਾਈਟ ਦੇ ਵੱਖ-ਵੱਖ ਵੈਬ ਪੇਜਾਂ ਵਿਚਕਾਰ ਲਿੰਕਿੰਗ ਜਿਹੜੀ ਹੈ ਉਹ ਸਥਾਪਿਤ ਕਰਦਾ ਹੈ ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਵਿੱਚ ਦੇਖ ਪਾ ਰਹੇ ਹੋ। ਅੱਗੇ ਅਸੀਂ ਪੜਾਂਗੇ ਲਿੰਕ ਦੀਆਂ ਕਿਸਮਾਂ। ਤਾਂ ਲਿੰਕ ਦੀਆਂ ਸਾਡੇ ਕੋਲ ਦੋ ਕਿਸਮਾਂ ਹੁੰਦੀਆਂ ਹਨ, ਪਹਿਲੀ ਇੰਟਰਨਲ ਲਿੰਕ, ਦੂਸਰੀ ਐਕਸਟਰਨਲ ਲਿੰਕ। ਅਗਲਾ ਹੈ ਐਂਕਰ ਟੈਗ ਕੀ ਹੁੰਦਾ, ਉਦਾਹਰਨ ਦੇ ਨਾਲ ਸਮਝਾਓ। ਐਂਕਰ ਟੈਗ ਐਂਗਲ ਬ੍ਰੈਕਟ 'ਚ A ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦਾ ਸ਼ੁਰੂਆਤੀ ਟੈਗ ਅਤੇ ਅਖੀਰਲਾ ਟੈਗ ਹੁੰਦਾ ਹੈ। ਵੈਬ ਪੇਜ ਵਿੱਚ ਉਹ ਲਿੰਕ ਜਿਸ ਉੱਤੇ ਕਲਿੱਕ ਨਾ ਕੀਤਾ ਗਿਆ ਹੋਵੇ ਅਤੇ ਅੰਡਰਲਾਈਨ ਅਤੇ ਨੀਲੇ ਰੰਗ ਦਾ ਦਿਖਾਈ ਦਿੰਦਾ ਹੋਵੇ ਅਤੇ ਉਹ ਲਿੰਕ ਜਿਸ ਉੱਤੇ ਕਲਿੱਕ ਕੀਤਾ ਜਾ ਚੁੱਕਿਆ ਹੋਵੇ ਅਤੇ ਅੰਡਰਲਾਈਨ ਹੋਵੇ ਉਸ ਦਾ ਰੰਗ ਬੈਂਗਣੀ ਹੁੰਦਾ ਹੈ। ਐਂਕਰ ਟੈਗ ਦਾ ਸਿੰਟੈਕਸ ਲੈਫਟ ਐਂਗਲ ਬ੍ਰੈਕਟ A ਹਰੀਫ ਇਕੁਅਲ ਟੂ URL ਰਾਈਟ ਐਂਗਲ ਬ੍ਰੈਕਟ ਬੰਦ ਲਿੰਕ ਟੈਕਸਟ
जिस टैक्स्ट में लिंक करना चाहते हो लिंक टैक्स्ट की जगह लिखोगे। लास्ट ਵਿੱਚ ਲੈਫਟ ਐਂਗਲ ਬ੍ਰੈਕਟ ਫਾਰਵਰਡ ਸਲੈਸ਼ a ਰਾਈਟ ਐਂਗਲ ਬ੍ਰੈਕਟ ਇਸ ਤਰ੍ਹਾਂ ਅਸੀਂ ਇਹਨੂੰ ਬੰਦ ਕਰ ਦੇਵਾਂਗੇ। ਤੇ ਇਹ ਸਾਡੇ ਕੋਲ ਐਂਕਰ ਟੈਗ ਦਾ ਸਿੰਟੈਕਸ ਹੈ ਕਿ ਅਸੀਂ ਇਸ ਨੂੰ ਕਿਵੇਂ ਵਰਤ ਸਕਦੇ ਹਾਂ। ਅੱਗੇ ਸਾਡੇ ਕੋਲ ਅਗਲਾ ਆਪਰੇਸ਼ਨ ਹੈ HTML ਵੈਬ ਪੇਜ ਵਿੱਚ ਬੁੱਕਮਾਰਕ ਸਮਝਾਓ। HTML ਵੈਬ ਪੇਜ ਵਿੱਚ ਬੁੱਕਮਾਰਕ ਸੇਵ ਕੀਤਾ ਗਿਆ ਵੈਬਸਾਈਟ ਦਾ ਲਿੰਕ ਹੁੰਦਾ ਹੈ ਜਿਸ ਨੂੰ ਅਸੀਂ ਯਾਦ ਰੱਖਣ ਲਈ ਬ੍ਰਾਊਜ਼ਰ ਵਿੱਚ ਬੁੱਕਮਾਰਕ ਕਰ ਦਿੰਦੇ ਹਾਂ। ਜਦੋਂ ਅਸੀਂ ਕਿਸੇ ਖਾਸ ਵੈਬਸਾਈਟ ਨੂੰ ਵੇਖਦੇ ਹਾਂ ਤੇ ਬਾਅਦ ਵਿੱਚ ਵੀ ਉਸ ਵੈਬਸਾਈਟ ਨੂੰ ਦੁਬਾਰਾ ਖੋਲ੍ਹਣਾ ਚਾਹੁੰਦੇ ਹਾਂ ਤਾਂ ਬੁੱਕਮਾਰਕ ਦੀ ਵਰਤੋਂ ਕਰਕੇ ਉਸ ਵੈਬਸਾਈਟ ਨੂੰ ਮਾਰਕ ਜਾਂ ਸੇਵ ਕਰ ਲਿਆ ਜਾਂਦਾ ਹੈ, ਜਿਸ ਕਰਕੇ ਸਾਨੂੰ ਉਸ ਵੈਬਸਾਈਟ ਨੂੰ ਯਾਦ ਨਹੀਂ ਰੱਖਣਾ ਪੈਂਦਾ। ਅਸੀਂ ਇਸ ਵੈਬਸਾਈਟ ਤੱਕ ਜਲਦੀ ਹੀ ਪਹੁੰਚ ਕਰ ਸਕਦੇ ਹਾਂ। ਫਾਰਮ ਕੀ ਹੁੰਦਾ ਹੈ? ਫਾਰਮ ਵੈਬ ਪੇਜ ਦਾ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਯੂਜ਼ਰ ਜਾਣਕਾਰੀ ਭਰਦਾ ਹੈ ਅਤੇ ਵੈਬ ਪੇਜ ਦੇ ਪ੍ਰਕਾਸ਼ਕਾਂ ਨੂੰ ਭੇਜਦਾ ਹੈ। ਇਸ ਜਾਣਕਾਰੀ ਵਿੱਚ ਫੀਡਬੈਕ, ਪਰਸਨਲ ਜਾਣਕਾਰੀ, ਸੰਦੇਸ਼, ਸ਼ਿਕਾਇਤ ਆਦਿ ਵੀ ਹੋ ਸਕਦੇ ਹਨ। ਫਾਰਮ ਨੂੰ ਓਪਨਿੰਗ ਟੈਗ ਫਾਰਮ ਟੈਗ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਫਾਰਮ ਟੈਗ ਇੱਕ ਕੰਟੇਨਰ ਟੈਗ ਹੈ। ਅਗਲਾ ਸਾਡਾ ਆਪਰੇਸ਼ਨ ਹੈ ਫਾਰਮਾਂ ਵਿੱਚ ਚੋਣ ਸੂਚੀ ਦੀ ਵਰਤੋਂ ਕੀ ਹੈ? ਸਿਲੈਕਸ਼ਨ ਲਿਸਟ ਵਿੱਚ ਯੂਜ਼ਰ ਇੱਕ ਲਿਸਟ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਵਿਕਲਪਾਂ ਨੂੰ ਚੁਣ ਸਕਦਾ ਹੈ। ਸਕਰੋਲਿੰਗ ਲਿਸਟ ਅਤੇ ਪੁੱਲ ਡਾਊਨ ਸੂਚੀਆਂ ਸਿਲੈਕਟ ਟੈਗ ਅਤੇ ਆਪਸ਼ਨ ਟੈਗ ਨਾਲ ਬਣਾਈਆਂ ਜਾਂਦੀਆਂ ਹਨ। ਜਿਵੇਂ ਕਿ ਤੁਸੀਂ ਹੇਠਾਂ ਦੇਖ ਪਾ ਰਹੇ ਹੋ, ਇਸ ਦਾ ਸ਼ੁਰੂਆਤੀ ਅਤੇ ਅਖੀਰਲਾ ਟੈਗ ਸਿਲੈਕਟ ਹੈ ਵਿੱਚ ਅਸੀਂ ਆਪਸ਼ਨ ਹੈ। ਆਪਸ਼ਨ ਦੇ ਰਾਹੀਂ ਜਿਵੇਂ ਦੇਖ ਪਾ ਰਹੇ ਹੋ ਦਿੱਲੀ, ਰਾਜਸਥਾਨ, ਹਰਿਆਣਾ, ਇੱਦਾਂ ਅਸੀਂ ਜਦੋਂ ਅਸੀਂ ਸਿਲੈਕਟ ਯੂਰ ਲਿਸਟ 'ਤੇ ਕਲਿੱਕ ਕਰਾਂਗੇ ਇਸ ਤਰ੍ਹਾਂ ਸਿਲੈਕਸ਼ਨ ਲਿਸਟ ਦੇ ਵਿੱਚ ਜਿਹੜੀ ਸੂਚੀ ਹੈ ਉਹ ਖੁੱਲ੍ਹ ਜਾਏਗੀ। ਅੱਗੇ ਸਾਡੇ ਕੋਲ ਫਾਰਮ HTML ਫਾਰਮ ਵਿੱਚ ਵੱਖੋ ਵੱਖਰੇ ਬਟਨ ਦੀ ਵਿਆਖਿਆ ਕਰੋ। ਤਾਂ ਬਟਨ ਫਾਰਮਾਂ ਦੇ ਮਹੱਤਵਪੂਰਨ ਐਲੀਮੈਂਟ ਹੁੰਦੇ ਹਨ। ਇਹਨਾਂ ਦੀ ਵਰਤੋਂ ਵੈਬ ਪੇਜ 'ਤੇ ਕੁਝ ਕਾਰਵਾਈ ਕਰਨ ਲਈ ਕੀਤੀ ਜਾਂਦੀ ਹੈ। ਇਹ ਬਟਨ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਮਹੱਤਵਪੂਰਨ ਬਟਨ ਹੇਠਾਂ ਦਿੱਤੇ ਗਏ ਹਨ। ਸਬਮਿਟ ਬਟਨ, ਇਸ ਬਟਨ ਦੀ ਵਰਤੋਂ ਡਾਟਾ ਫਾਰਮ ਨੂੰ ਵੈਬ ਸਰਵਰ ਕੋਲ ਭੇਜਣ ਲਈ ਕੀਤੀ ਜਾਂਦੀ ਹੈ। ਰੀਸੈਟ ਬਟਨ, ਇਸ ਬਟਨ ਦੀ ਵਰਤੋਂ ਡਾਟਾ ਫਾਰਮ ਦੇ ਮੁੱਲਾਂ ਨੂੰ ਕਲੀਅਰ ਕਰਨ ਲਈ ਕੀਤੀ ਜਾਂਦੀ ਹੈ। ਬਟਨ, ਇਸ ਦੀ ਵਰਤੋਂ ਜਾਵਾਸਕ੍ਰਿਪਟ ਫੰਕਸ਼ਨ ਕੋਡ ਨੂੰ ਵਰਤਣ ਲਈ ਕੀਤੀ ਜਾਂਦੀ ਹੈ। ਲਾਸਟ ਸਾਡੇ ਕੋਲ ਹੈ ਇਮੇਜ ਬਟਨ, ਇਸ ਦੀ ਵਰਤੋਂ ਆਮ ਤੌਰ 'ਤੇ ਹਾਈਪਰਲਿੰਕ ਇਮੇਜ ਨਾਲ ਹਾਈਪਰਲਿੰਕ ਬਣਾਉਣ ਲਈ ਕੀਤੀ ਜਾਂਦੀ ਹੈ। ਅਗਲਾ ਸਾਡੇ ਕੋਲ ਪ੍ਰਸ਼ਨ ਹੈ ਨਵਾਂ ਫਰੇਮਾਂ ਦੀ ਵਿਆਖਿਆ ਕਰੋ। ਫਰੇਮ ਰਾਹੀਂ ਅਸੀਂ ਆਪਣੇ ਵੈਬ ਪੇਜ ਉੱਪਰ ਇੱਕ ਤੋਂ ਜ਼ਿਆਦਾ HTML ਡਾਕੂਮੈਂਟ ਪ੍ਰਦਰਸ਼ਿਤ ਕਰ ਸਕਦੇ ਹਾਂ। ਫਰੇਮ ਟੇਬਲ ਵਰਗੇ ਹੁੰਦੇ ਹਨ ਜੋ ਯੂਜ਼ਰ ਨੂੰ ਟੈਕਸਟ ਅਤੇ ਗ੍ਰਾਫਿਕਸ ਨੂੰ ਰੋ ਅਤੇ ਕਾਲਮ ਵਿੱਚ ਸੈੱਟ ਕਰਨ ਦੀ ਆਗਿਆ ਦਿੰਦੇ ਹਨ। ਇੱਕ ਬਰਾਊਜ਼ਰ ਵਿੱਚ ਇੱਕ ਤੋਂ ਜ਼ਿਆਦਾ ਫਰੇਮ ਸੈੱਟ ਕਰਨ ਨੂੰ ਫਰੇਮ ਸੈੱਟ ਕਿਹਾ ਜਾਂਦਾ ਹੈ। ਫਰੇਮ ਸੈੱਟ ਟੈਗ ਦੀ ਮਦਦ ਨਾਲ ਅਸੀਂ ਆਪਣੇ ਬਰਾਊਜ਼ਰ ਦੀ ਵਿੰਡੋ ਨੂੰ ਰੋ ਜਾਂ ਕਾਲਮ ਵਿੱਚ ਵੰਡ ਸਕਦੇ ਹਾਂ। ਫਰੇਮ ਬਣਾਉਣ ਲਈ ਅਸੀਂ ਬੋਡੀ ਟੈਗ ਦੀ ਜਗ੍ਹਾ ਫਰੇਮ ਸੈਟ ਟੈਗ ਦੀ ਵਰਤੋਂ ਕਰਦੇ ਹਾਂ। ਅਗਲਾ ਪ੍ਰਸ਼ਨ ਹੈ ਉਦਾਹਰਨ ਦੇ ਨਾਲ ਮਾਰਕੋ ਟੈਗ ਅਤੇ ਇਸ ਦੇ ਗੁਣਾਂ ਨੂੰ ਸਮਝਾਓ। ਮਾਰਕੋ ਟੈਗ ਦੀ ਵਰਤੋਂ ਟੈਕਸਟ ਜਾਂ ਚਿੱਤਰ ਨੂੰ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ, ਉੱਪਰ ਤੋਂ ਹੇਠਾਂ ਵਾਲੀਆਂ, ਹੇਠਾਂ ਤੋਂ ਉੱਪਰ ਵਾਲੇ ਪਾਸੇ ਨੂੰ ਘੁਮਾਉਣ, ਮੂਵ ਜਾਂ ਗਤੀਮਾਨ ਕਰਨ ਲਈ ਕਰਦੇ ਹਾਂ। ਜਿਵੇਂ ਕਿ ਤੁਸੀਂ ਬਹੁਤ ਸਾਰੀਆਂ ਵੈਬਸਾਈਟਾਂ ਵਿੱਚ ਟੈਕਸਟ ਨੂੰ ਅੱਗੇ ਪਿੱਛੇ ਮੂਵ ਕਰਦੇ ਹੋਇਆ ਦੇਖਿਆ ਹੋਵੇਗਾ। ਮਾਰਕੋ ਟੈਗ ਦੇ ਅੰਦਰ ਜੋ ਵੀ ਟੈਗ ਜਾਂ ਐਲੀਮੈਂਟ ਆਉਂਦੇ ਹਨ ਜਾਂ ਲਿਖੇ ਜਾਂਦੇ ਹਨ ਉਹ ਸਾਰੇ ਟੈਗ ਜਾਂ ਐਲੀਮੈਂਟ ਮੂਵ ਜਾਂ ਗਤੀਮਾਨ ਹੋਣਾ ਸ਼ੁਰੂ ਕਰ ਦਿੰਦੇ ਹਨ। ਅਗਲਾ ਪ੍ਰਸ਼ਨ ਹੈ ਅਸੀਂ ਕਿਸੇ HTML ਫਾਈਲ ਵਿੱਚ ਆਡੀਓ ਅਤੇ ਵੀਡੀਓ ਫਾਈਲ ਨੂੰ ਕਿਵੇਂ ਜੋੜ ਸਕਦੇ ਹਾਂ। ਪਹਿਲਾਂ ਅਸੀਂ ਆਡੀਓ ਵਾਲੇ ਪੜ੍ਹ ਲੈਣੇ। ਆਡੀਓ ਟੈਗ ਰਾਹੀਂ ਅਸੀਂ ਆਪਣੇ ਵੈਬ ਪੇਜ ਵਿੱਚ ਆਡੀਓ ਗਾਣਾ ਲਗਾ ਸਕਦੇ ਹਾਂ। ਆਡੀਓ ਟੈਗ ਦੇ ਨਾਲ ਅਸੀਂ ਸਰਚ ਐਟਰੀਬਿਊਟ ਦੀ ਵਰਤੋਂ ਆਡੀਓ ਫਾਈਲ ਦੀ ਲੋਕੇਸ਼ਨ ਦੇਣ ਲਈ ਕਰਦੇ ਹਾਂ। ਉਦਾਹਰਨ ਲਈ ਲੈਫਟ ਐਂਗਲ ਬ੍ਰੈਕਟ ਆਡੀਓ ਜਿਹੜਾ ਸੋਰਸ ਹੈ SRC ਬਰਾਬਰ ਤੁਹਾਡੇ ਕੰਪਿਊਟਰ ਜਿੱਥੇ ਵੀ ਫਾਈਲ ਪਈ ਹੋਈ ਪਾਥ ਲਿਖਾਂਗੇ। ਪਾਥ ਲਿਖਣ ਤੋਂ ਬਾਅਦ ਐਂਡ 'ਚ ਕੰਟਰੋਲ ਲਿਖਣ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਨੂੰ ਬੰਦ ਕਰ ਦਾਂਗੇ। ਉਸੇ ਤਰ੍ਹਾਂ ਅੱਗੇ ਸਾਡੇ ਕੋਲ ਵੀਡੀਓ ਟੈਗ ਹੈ। ਵੀਡੀਓ ਟੈਗ ਰਾਹੀਂ ਅਸੀਂ ਆਪਣੇ ਵੈਬ ਪੇਜ ਵਿੱਚ ਵੀਡੀਓ ਗਾਣਾ ਲਗਾ ਸਕਦੇ ਹਾਂ। ਜਿਵੇਂ ਦੇਖ ਪਾ ਰਹੇ ਹੋ ਵੀਡੀਓ ਟੈਗ ਦੇ ਨਾਲ ਅਸੀਂ SRC ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਵੀਡੀਓ ਫਾਈਲ ਦੀ ਲੋਕੇਸ਼ਨ ਦੇਣ ਲਈ ਕਰਦੇ ਹਾਂ। ਜਿਵੇਂ ਕਿ ਤੁਸੀਂ ਥੱਲੇ ਉਦਾਹਰਨ ਦੇਖ ਪਾ ਰਹੇ ਹੋ ਵੀਡੀਓ ਤੋਂ ਬਾਅਦ ਹੈ ਵਿਡਥ, ਮਤਲਬ ਜਿਹੜੀ ਸਕਰੀਨ ਹੈ ਵੀਡੀਓ ਦੀ ਉਹਦੀ ਚੌੜਾਈ ਕਿੰਨੀ ਹੋਏਗੀ ਉਹ ਆਪਾਂ 320 ਦੇ ਦਿੱਤੀ ਹੈ। ਹਾਈਟ ਅਸੀਂ 240 ਦੇ ਦਿੱਤੀ ਹੈ। ਐਂਡ 'ਚ ਕੰਟਰੋਲ ਦਾ ਭਾਵ ਹੈ ਜੋ ਵੀ ਪਲੇ, ਪੌਜ਼, ਰਿਵਾਈਂਡ ਜਾਂ ਫਾਰਵਰਡ ਬਟਨ ਹੈ ਉਹ ਇਸ ਕੰਟਰੋਲ ਰਾਹੀਂ ਆਉਣਗੇ। ਅੱਗੇ ਸੋਰਸ ਵਿੱਚ SRC ਟੈਗ ਹੈ। ਇਹਦੇ ਵਿੱਚ ਅਸੀਂ ਜਿਹੜੀ ਵੀਡੀਓ ਫਾਈਲ ਸਾਡੇ ਕੰਪਿਊਟਰ ਜਿੱਥੇ ਪਈ ਉਹਦਾ ਪੂਰਾ ਪਾਥ ਲਿਖ ਦਾਂਗੇ। ਇਹਦਾ ਇੱਥੇ ਅਸੀਂ ਲਿਖਿਆ ਹੋਇਆ sample.mp4। ਉਸ ਤੋਂ ਬਾਅਦ ਟਾਈਪ ਇਕੁਅਲ ਟੂ ਜਿਹੜੀ ਵੀਡੀਓ ਦੀ ਟਾਈਪ ਕਿਹੜੀ ਹੈ, ਇਹਦਾ video/mp4 ਹੈ ਜਾਂ AVI ਹੈ, ਜਿਹੜੀ ਵੀ ਕਿਸੇ ਨੂੰ ਤੁਸੀਂ ਇੱਥੇ ਲਿਖ ਸਕਦੇ ਹੋ। ਲਾਸਟ ਅਸੀਂ ਵੀਡੀਓ ਟੈਗ ਨੂੰ ਬੰਦ ਕਰ ਦੇਵਾਂਗੇ। ਅੱਗੇ ਸਾਡੇ ਕੋਲ CSS ਬਾਰੇ ਲਿਖ ਦੱਸੋ। CSS ਦਾ ਪੂਰਾ ਨਾਮ ਕਾਸਕੇਡਿੰਗ ਸਟਾਈਲ ਸ਼ੀਟ ਹੈ। ਇਹ ਤੁਹਾਡੇ ਵੈਬ ਪੇਜ ਦੇ ਡਿਜ਼ਾਈਨ ਅਤੇ ਲੇਆਊਟ ਨੂੰ ਪ੍ਰਭਾਸ਼ਿਤ ਕਰਨ ਦਾ ਆਧੁਨਿਕ ਤਰੀਕਾ ਹੈ।
ਇਹ ਪ੍ਰੋਗਰਾਮਰ ਨੂੰ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਦੀ ਇੱਕੋ ਇੱਕ ਢੰਗ ਨਾਲ ਭੌਤਿਕ ਦਿੱਖ ਨੂੰ ਸੈੱਟ ਕਰਨ ਦੀ ਆਗਿਆ ਦਿੰਦਾ ਹੈ। ਅਗਲਾ ਆਪਰੇਸ਼ਨ ਹੈ ਰੇਡੀਓ ਬਟਨ ਅਤੇ ਇਸ ਦੇ ਗੁਣਾਂ ਬਾਰੇ ਦੱਸੋ। ਰੇਡੀਓ ਬਟਨ ਉਹ ਬਟਨ ਹੈ ਜਿੱਥੇ ਇੱਕੋ ਸਮੇਂ ਬਹੁਤ ਸਾਰੇ ਵਿਕਲਪਾਂ ਵਿੱਚੋਂ ਸਿਰਫ ਇੱਕ ਦੀ ਹੀ ਚੋਣ ਕੀਤੀ ਜਾਂਦੀ ਹੈ। ਇਹ HTML ਦੇ ਇਨਪੁਟ ਟੈਗ ਨਾਲ ਵਰਤਿਆ ਜਾਂਦਾ ਹੈ ਅਤੇ ਹਰੇਕ ਰੇਡੀਓ ਬਟਨ ਵਿੱਚ ਨੇਮ ਅਤੇ ਟਾਈਪ ਐਟਰੀਬਿਊਟ ਪਰਿਭਾਸ਼ਿਤ ਕੀਤਾ ਜਾਂਦਾ ਹੈ। ਜਿਵੇਂ ਕਿ ਉਦਾਹਰਨ ਵਿੱਚ ਦੇਖ ਪਾ ਰਹੇ ਹੋ, ਲੈਫਟ ਐਂਗਲ ਬ੍ਰੈਕਟ ਇਨਪੁਟ ਸਪੇਸ ਦੇ ਇੱਕ ਟਾਈਪ ਹੈਗੀ ਹੈ ਰੇਡੀਓ। ਤੇ ਰੇਡੀਓ ਨੂੰ ਅਸੀਂ ਡਬਲ ਕੋਟੇਸ਼ਨ 'ਚ ਦੇ ਦਿਆਂਗੇ। ਫਿਰ ਨੇਮ ਦੇ ਵਿੱਚ ਜੋ ਵੀ ਤੁਸੀਂ ਨੇਮ ਦੇਣਾ ਚਾਹੁੰਦੇ ਹੋ, ਇਹਦਾ ਅਸੀਂ ਕੋਰਸ ਦੇਤਾ ਹੈ। ਕੋਰਸ ਤੋਂ ਬਾਅਦ ਡਬਲ ਕੋਟ ਬੰਦ ਕਰ ਦੇਣੀ ਹੈ, ਰਾਈਟ ਐਂਗਲ ਬ੍ਰੈਕਟ ਬੰਦ ਕਰ ਦੇਣੀ ਹੈ। ਤੇ ਲਾਸਟ ਵਿੱਚ ਜੋ ਤੁਸੀਂ ਰੇਡੀਓ ਬਟਨ ਦੇ ਸਾਹਮਣੇ ਮੈਸੇਜ ਦੇਣਾ ਚਾਹੁੰਦੇ ਹੋ, ਇਹਦਾ ਅਸੀਂ BCA ਲਿਖਤਾ ਹੈ। ਉਦਾਹਰਨ ਦੇਖ ਲੈਂਦੇ ਹਾਂ। ਇਹਦਾ BCA ਉੱਤੇ ਜਿੱਦਾਂ ਹਿੰਦੀ ਆ ਰਿਹਾ, ਇੰਗਲਿਸ਼ ਆ ਰਿਹਾ, ਤਮਿਲ, ਉਰਦੂ, ਬੰਗਲਾ, ਇੱਦਾਂ ਅਸੀਂ BCA ਦੀ ਜਗ੍ਹਾ ਜੋ ਵੀ ਤੁਸੀਂ ਨੇਮ ਲਿਖਣਾ ਚਾਹੁੰਦੇ ਹੋ, ਹਿੰਦੀ, ਇੰਗਲਿਸ਼, ਤਮਿਲ, ਇਹਦਾ ਤੁਸੀਂ ਲਿਖ ਕੇ ਇੱਕ ਰੇਡੀਓ ਬਟਨ ਬਣਾ ਸਕਦੇ ਹੋ। ਅੱਗੇ ਸਾਡੇ ਕੋਲ ਚੈੱਕ ਬਾਕਸ ਹੁੰਦਾ ਹੈ। ਚੈੱਕ ਬਾਕਸ ਇੱਕ ਆਸਾਨ ਇਨਪੁਟ ਬਾਕਸ ਹੈ ਜੋ ਕਿ ਇੱਕ ਛੋਟੇ ਜਿਹੇ ਵਰਗ ਵਾਂਗ ਦਿਖਾਈ ਦਿੰਦਾ ਹੈ, ਜਿਸ ਉੱਪਰ ਅਸੀਂ ਕਲਿੱਕ ਕਰਕੇ ਇਸ ਨੂੰ ਸਿਲੈਕਟ ਜਾਂ ਡੀਸਿਲੈਕਟ ਕਰ ਸਕਦੇ ਹਾਂ। ਇੱਕ ਸਮੂਹ ਵਿੱਚ ਜਾਣਕਾਰੀ ਨੂੰ ਚੁਣਨ ਲਈ ਚੈੱਕ ਬਾਕਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ HTML ਦੇ ਇਨਪੁਟ ਟੈਗ ਵਿੱਚ ਵਰਤਿਆ ਜਾਂਦਾ ਹੈ ਅਤੇ ਹਰ ਇੱਕ ਚੈੱਕ ਬਾਕਸ ਨੂੰ ਨੇਮ ਐਟਰੀਬਿਊਟ ਦੇਣਾ ਪੈਂਦਾ ਹੈ। ਜਿਵੇਂ ਦੇਖ ਪਾ ਰਹੇ ਹੋ ਉਦਾਹਰਨ ਸੇਮ ਰੇਡੀਓ ਬਟਨ ਵਾਂਗ ਹੈ, ਬਸ ਰੇਡੀਓ ਦੀ ਜਗ੍ਹਾ ਅਸੀਂ ਚੈੱਕ ਬਾਕਸ ਲਿਖਿਆ ਹੈ। ਨੇਮ ਅਸੀਂ ਹੈਲੋ ਲਿਖਤਾ ਹੈ। ਉਸ ਤੋਂ ਬਾਅਦ ਲਾਸਟ ਵਿੱਚ ਜੋ ਮੈਸੇਜ ਅਸੀਂ ਪ੍ਰਿੰਟ ਕਰਨਾ ਚਾਹੁੰਦੇ ਹਾਂ, ਹੈਲੋ ਗ੍ਰੀਟਿੰਗ ਚੈੱਕ ਬਾਕਸ ਦੇ ਨਾਲ। ਜਿਵੇਂ ਤੁਸੀਂ ਉਦਾਹਰਨ ਦੇਖ ਪਾ ਰਹੇ ਹੋ, ਹਿੰਦੀ, ਇੰਗਲਿਸ਼, ਮੈਥ, ਸਾਇੰਸ, ਸੋਸ਼ਲ ਸਾਇੰਸ। ਤਾਂ ਚੈੱਕ ਬਾਕਸ ਵਿੱਚ ਅਸੀਂ ਇੱਕ ਤੋਂ ਜ਼ਿਆਦਾ ਜਿਹੜੀਆਂ ਚੋਇਸ ਹੈ ਉਹਨਾਂ ਦੀ ਚੋਣ ਕਰ ਸਕਦੇ ਹਾਂ, ਪਰ ਰੇਡੀਓ ਬਟਨ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਅਸੀਂ ਬਹੁਤ ਸਾਰੀਆਂ ਚੋਇਸ ਵਿੱਚੋਂ ਸਿਰਫ ਇੱਕ ਹੀ ਜਿਹੜੀ ਚੋਇਸ ਹੈ ਉਹਦਾ ਚੁਣਾਵ ਕਰਨਾ ਹੁੰਦਾ ਹੈ। ਅਗਲਾ ਸਾਡੇ ਕੋਲ ਫਾਰਮ ਵਿੱਚ ਪ੍ਰਾਪਤ ਹੋਣ ਦੀ ਵਿਧੀ ਦਾ ਕੀ ਕੰਮ ਹੈ। ਫਾਰਮ ਵਿੱਚ ਪ੍ਰਾਪਤ ਹੋਣ ਦੇ ਢੰਗ ਨੂੰ ਯੂਜ਼ਰ ਦੁਆਰਾ URL ਪਾਥ ਦੀ ਵਰਤੋਂ ਕਰਕੇ ਫੀਡ ਡਾਟਾ ਨੂੰ ਐਨਕੋਡ ਕਰਨ ਅਤੇ ਸਰਵਰ ਨੂੰ ਭੇਜਣ ਲਈ ਵਰਤਿਆ ਜਾਂਦਾ ਹੈ, ਜਿਸ ਰਾਹੀਂ ਚੁਣਿੰਦਾ ਡਾਟਾ ਹੀ ਸਰਵਰ 'ਤੇ ਭੇਜਿਆ ਜਾਂਦਾ ਹੈ ਅਤੇ ਇਸ ਦੇ ਮਾਪਦੰਡ ਬਰਾਊਜ਼ਰ ਵਿੱਚ ਹੀ ਸੇਵ ਰਹਿੰਦੇ ਹਨ। ਫਾਰਮ ਵਿੱਚ ਪੋਸਟ ਵਿਧੀ ਦੀ ਵਿਆਖਿਆ ਕਰੋ। ਫਾਰਮ ਵਿੱਚ ਪੋਸਟ ਵਿਧੀ ਦੀ ਵਰਤੋਂ URL ਨੂੰ ਬਿਨਾਂ ਦਖਲ ਦਿੱਤੇ ਸਰਵਰ 'ਤੇ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਅਤੇ ਵੈਬਸਾਈਟ ਫਾਰਮ ਨੂੰ ਗੈਟ ਵਿਧੀ ਰਾਹੀਂ ਸਰਵਰ ਨੂੰ ਭੇਜਣ ਲਈ ਵਧੇਰੇ ਸੁਰੱਖਿਅਤ ਹੈ। ਇਸ ਵਿੱਚ ਡਾਟਾ ਭੇਜਣ 'ਤੇ ਕੋਈ ਪਾਬੰਦੀ ਨਹੀਂ ਹੁੰਦੀ ਅਤੇ ਇਸ ਦੇ ਮਾਪਦੰਡ ਵੀ ਬਰਾਊਜ਼ਰ ਵਿੱਚ ਸਟੋਰ ਜਾਂ ਸੇਵ ਨਹੀਂ ਰਹਿੰਦੇ। ਅੱਗੇ ਸਾਡੇ ਕੋਲ ਪਾਰਟ ਨੰਬਰ 4, ਕਿਸੇ ਵੈਬਸਾਈਟ ਦੀ ਯੋਜਨਾ ਬਣਾਉਣ ਦੇ 4 ਪੜਾਅ ਕਿਹੜੇ ਹਨ। ਕਿ ਸਾਈਟ ਦਾ ਟੀਚਾ, ਦਰਸ਼ਕਾਂ ਲਈ ਡਿਜ਼ਾਈਨਿੰਗ, ਕੰਮ, ਰਣਨੀਤੀ ਅਤੇ ਵਿਸ਼ਾ ਵਸਤੂ ਦਾ ਵਿਕਾਸ ਜਾਂ ਉਪਰੋਕਤ ਸਾਰੇ। ਸਾਡੇ ਕੋਲ ਸਹੀ ਆਨਸਰ ਆ ਉਪਰੋਕਤ ਸਾਰੇ। ਅਗਲਾ ਸਾਡੇ ਕੋਲ ਟੀਚਾ ਪ੍ਰਾਪਤ ਕਰਨ ਲਈ ਕੰਮ ਕਰਨ ਦੇ ਢੰਗ ਨੂੰ ਕੀ ਬੁਲਾਇਆ ਜਾਂਦਾ ਹੈ। ਕੰਮ ਰਣਨੀਤੀ, ਯੋਜਨਾ ਦੀ ਰਣਨੀਤੀ, ਡਿਜ਼ਾਈਨ ਰਣਨੀਤੀ ਜਾਂ ਉੱਪਰ ਵਾਲਿਆਂ ਵਿੱਚੋਂ ਕੋਈ ਨਹੀਂ। ਤਾਂ ਟੀਚਾ ਪ੍ਰਾਪਤ ਕਰਨ ਲਈ ਕੰਮ ਕਰਨ ਦੇ ਢੰਗ ਨੂੰ ਕੰਮ ਰਣਨੀਤੀ ਬੁਲਾਇਆ ਜਾਂਦਾ ਹੈ। ਅਗਲਾ ਹੈ ਵੈਬ ਸਰਵਰ ਹੋ ਸਕਦਾ ਹੈ ਖਰੀਦਿਆ, ਉਧਾਰ ਲਈ, ਉਪਰੋਕਤ ਦੋਨੋਂ, ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਇਹਦਾ ਸਹੀ ਆਨਸਰ ਹੈ ਵੈਬ ਸਰਵਰ ਨੂੰ ਅਸੀਂ ਆਪਣਾ ਵੀ ਖਰੀਦ ਸਕਦੇ ਹਾਂ ਜਾਂ ਉਧਾਰ ਤੇ ਵੀ ਲੈ ਸਕਦੇ ਹਾਂ, ਇਸ ਕਰਕੇ ਇਸ ਦਾ ਆਪਸ਼ਨ ਹੈ ਉਪਰੋਕਤ ਦੋਨੋਂ। ਅਗਲਾ ਸਾਡੇ ਕੋਲ ਆਪਸ਼ਨ ਹੈ ਵੈਬ ਪੇਜ ਦਾ ਆਕਾਰ ਵੱਧ ਤੋਂ ਵੱਧ ਨਹੀਂ ਹੋਣਾ ਚਾਹੀਦਾ। 1 ਸਕਰੀਨ ਤੋਂ ਵੱਧ, 2 ਸਕਰੀਨ ਤੋਂ ਵੱਧ, 3 ਸਕਰੀਨ ਤੋਂ ਵੱਧ ਜਾਂ 4 ਸਕਰੀਨ ਤੋਂ ਵੱਧ। ਜਦੋਂ ਵੀ ਅਸੀਂ ਵੈਬਸਾਈਟ ਬਣਾਵਾਂਗੇ ਉਸ ਵਿੱਚ ਜਿੰਨੇ ਵੀ ਵੈਬ ਪੇਜਿਸ ਹੈ ਉਹਨਾਂ ਦਾ ਆਕਾਰ ਆ ਉਹ 2 ਸਕਰੀਨ ਤੋਂ ਵੱਧ ਨਹੀਂ ਹੋਣਾ ਚਾਹੀਦਾ। ਵੈਬ ਪੇਜ ਦੀ ਇੱਕ ਵਧੀਆ ਦਿੱਖ ਕਿਸ 'ਤੇ ਨਿਰਭਰ ਕਰਦੀ ਹੈ। ਫੌਂਟ ਦਾ ਆਕਾਰ ਜਾਂ ਰੰਗ, ਬੈਕਗ੍ਰਾਉਂਡ ਰੰਗ, ਟੇਬਲ ਅਤੇ ਗ੍ਰਾਫਿਕਸ ਜਾਂ ਉਪਰੋਕਤ ਸਾਰੇ। ਸਾਡੇ ਕੋਲ ਤਾਂ ਸਹੀ ਆਨਸਰ ਹੈ ਵੈਬ ਪੇਜ ਦੀ ਇੱਕ ਵਧੀਆ ਦਿੱਖ ਫੌਂਟ ਦਾ ਆਕਾਰ, ਬੈਕਗ੍ਰਾਉਂਡ ਰੰਗ, ਟੇਬਲ ਅਤੇ ਗ੍ਰਾਫਿਕਸ ਇਹਨਾਂ ਸਾਰੀਆਂ 'ਤੇ ਨਿਰਭਰ ਕਰਦੀ ਹੈ। ਕਿਸ ਟੈਸਟਿੰਗ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੈ। ਆਫਲਾਈਨ ਟੈਸਟਿੰਗ ਲਈ, ਆਨਲਾਈਨ ਟੈਸਟਿੰਗ ਲਈ, ਉਪਰੋਕਤ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਜਦੋਂ ਵੀ ਅਸੀਂ ਵੈਬਸਾਈਟ ਨੂੰ ਟੈਸਟ ਕਰਦੇ ਹਾਂ ਇੰਟਰਨੈਟ ਤੋਂ ਬਿਨਾਂ ਤਾਂ ਉਸ ਨੂੰ ਅਸੀਂ ਆਫਲਾਈਨ ਟੈਸਟਿੰਗ ਆਖਦੇ ਹਾਂ। ਅੱਗੇ ਸਾਡੇ ਕੋਲ SEO ਦਾ ਮਤਲਬ ਹੈ ਸਰਚ ਇੰਜਨ ਆਪਟੀਮਾਈਜੇਸ਼ਨ, ਸਿਸਟਮ ਇੰਜਨ ਆਪਟੀਮਾਈਜੇਸ਼ਨ, ਸੈਕਰੋਗਨਾਈਜ਼ਡ ਇੰਜਨ ਆਪਟੀਮਾਈਜੇਸ਼ਨ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਸਾਡੇ ਕੋਲ ਸਹੀ ਆਨਸਰ ਹੈ ਸਰਚ ਇੰਜਨ ਆਪਟੀਮਾਈਜੇਸ਼ਨ। ਅੱਗੇ ਸਾਡੇ ਕੋਲ SMM ਦਾ ਮਤਲਬ ਹੈ ਸੋਸ਼ਲ ਮੀਡੀਆ ਮਾਰਕੀਟਿੰਗ, ਸਾਇੰਸ ਮੀਡੀਆ ਮਾਰਕੀਟਿੰਗ, ਸਿਸਟਮ ਮੈਕਰੋ ਮੀਡੀਆ, ਇਹਨਾਂ ਵਿੱਚ ਕੋਈ ਨਹੀਂ। ਤਾਂ SSM ਦਾ ਪੂਰਾ ਨਾਮ ਹੈ ਸੋਸ਼ਲ ਮੀਡੀਆ ਮਾਰਕੀਟਿੰਗ। ਲਾਸਟ ਅਗਲਾ ਸਾਡੇ ਕੋਲ 9 FTP ਦਾ ਮਤਲਬ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ, ਫਾਈਨਾਂਸ ਟ੍ਰਾਂਸਫਰ ਪ੍ਰੋਟੋਕੋਲ,
फोल्डर ट्रांसफर प्रोटोकॉल या इन्होंने कोई नहीं। तो FTP का पूरा नाम होंगे है फाइल ट्रांसफर प्रोटोकॉल। अगे हम खाली थावां देखांगे। साइट की योजना बनाने समय साइट की डैश का फैसला अंत में लिया जाता है, वो साडे कोल है पब्लिशिंग। दूसरा है डैश तुहाडी साइट का पता होंदा है, डोमेन नेम तुहाडी साइट का पता होंदा है। डोमेन नेम फैसला करने तो बाद अगला कदम डोमेन नेम की रजिस्ट्रेशन करना होंदा है। डैश 2 स्क्रीनों तो वड्डा नहीं होना चाहिए, जिहड़ा वैब पेज है 2 स्क्रीनों तो वड्डा नहीं होना चाहिए। ऑफलाइन टेस्टिंग इंटरनेट तो बिना की जा सकती है। अगला है किसी भी वैबसाइट के पहले सफ़े में डैश किया जाता है। तो किसी भी वैबसाइट में जो खोलते हैं उसका जो पहला पेज है उसमें असीं होम पेज कहते हैं। अगे साडे कोल सही गलत है, होम पेज के नाल होर पन्नियां का कोई लिंक नहीं होंदा, गलत। साइट का पता .com .org .net आदि नाल खत्म होंदा है, सही। किसी साइट का ऑफलाइन टेस्ट सिर्फ एक ब्राउज़र से करना होंदा है, गलत। होस्ट लई वैब ब्राउज़र नूं भेजण लई सानूं FTP क्लाइंट की लोड़ पैंदी है, सही। किसी साइट दे ऑनलाइन टेस्टिंग के दौरान तुहाडे कंप्यूटर नूं इंटरनेट नाल जुड़िया होना चाहिए है, सही। अगे साडे कोल बहुत छोटे उत्तर वाले प्रश्न आ गए। तुहाडी साइट का पता किहड़ा है, डोमेन नेम तुहाडी साइट का पता होंदा है। कंप्यूटर की वैबसाइट की कापी नूं डैश वर्जन किया जाता है तो वैब होस्ट उत्ते कापी नूं डैश किया जाता है। तो कंप्यूटर की वैबसाइट की कापी नूं असीं लोकल वर्जन कहते हैं और वैब होस्ट उत्ते पई कापी नूं असीं प्रोडक्शन वर्जन आखदे हैं। कोई कंपनी ग्राहकों की फीडबैक किस तरह प्राप्त कर सकती है, फॉरम या SMM सोशल मीडिया मार्केटिंग के नाल। वैबसाइट ते सारियां वख-वख विशेषतावां की जांच करने लई की जरूरी है, टेस्ट अते वैलिडेशन। अगला है डिजाइनर डाटा नष्ट होने, मालवेयर अते होर नुकसानों तो बचा सकता है। डाटा का लगातार बैकअप लैके और सुरक्षा पैमानिਆਂ की वरतों करके डिजाइनर अपने डाटा नष्ट होने या मालवेयर अते होर नुकसानों तो बचा सकता है। और अगे साडे कोल छोटे उत्तर वाले प्रश्न। किसी साइट का उद्देश्य निर्धारित करने के महत्वपूर्ण नुकते दसो। तो साइट बनाने का कोई उद्देश्य या मंतव होना चाहिए है। साइट का उद्देश्य सानू दसदा है कि असी इस विच की कुछ शामिल करना है। असी सजावट वाली वैबसाइट विस्तारपूर्वक तैयार कर सकते हैं, परंतु ये लाजमी होना चाहिए है कि ये साइट तुहाडे उद्देश्य की या लक्ष्य की प्राप्ति करती होवे। वैबसाइट दर्शक लिए तैयार करने का की मतलब है, संक्षेप में लिखो। वैबसाइट के टीचर सैट करने तो बाद सानू वैबसाइट के दर्शकों की किस्म बारे पता होना चाहिए है कि किस किस्म के लोग साडी इस वैबसाइट में वेखणगे, जिमें कि बच्चे, विद्यार्थी, डॉक्टर, वकील, घरेलू औरतां आदि। वैबसाइट तो दर्शकों की उम्मीदां उसका भी ध्यान रखना पवेगा। जिमें कि असीं एक प्रकाशक की वैबसाइट बना रहे हाँ, तो एक वैबसाइट के दर्शक, विद्यार्थी, अध्यापक, प्रोफैसर और होर बुद्धिजीवी होणगे, तो असीं उन्हां दी उम्मीदां ते दिलचस्पी अनुसार वैबसाइट तैयार करांगे। तीसरा प्रश्न है, तुसीं अपनी साइट की कार्यनीति बारे किवें फैसला करोगे। वैबसाइट नूं बनाउण दे फैसले तो बाद असीं इस दे काम नाल संबंधित रणनीति बारे सोचांगे। इस दे लई असीं अपनी वैबसाइट में टैक्सट, लिखती सूचना, ऑडियो, वीडियो आदि जानकारी शामिल कर सकते हैं। सानूं इस गल का भी ख्याल रखना पएगा कि वैबसाइट सधारण, चंगी है ते समझण विच सौखी होनी चाहिए है। अगला प्रश्न है, तुहाडी साइट के कंटेंट की होने चाहिए हैं। वैबसाइट की समग्री दर्शकों को सब तो महत्वपूर्ण जानकारी प्रदान करती है। इसलिए समग्री सही जगह उत्ते अते व्यवस्थित ढंग नाल दर्शाई जानी चाहिए है। जेकर समग्री नाल संबंधित लिंक नूं लड़ीवार विच लगाया होवे तां लोड़ींदी जानकारी नूं लभना भी सौखा हो जाता है। पंजवां प्रश्न है, डोमेन नेम तो तुहाडा की भाव है। डोमेन नेम वैबसाइट का एड्रैस होंदा है जिसकी वरतों इंटरनेट से किसी वैबसाइट में देखने लिए की जाती है। इंटरनेट पर मौजूद हर वैबसाइट का अपना एक विलक्षण एड्रैस होंदा है। यूजर इस एड्रैस में वैब ब्राउज़र के URL में टाइप करके उस वैबसाइट को खोल सकता है। डोमेन नेम वैबसाइट की पछाण दर्शाता है, जिमें कि असीं पंजाब स्कूल सिक्ख्या बोर्ड की वैबसाइट में www.pscb.ac.in नाल जानते हैं, जो कि इस वैबसाइट का डोमेन नेम है। एक डोमेन नेम किवें दर्ज किया जाता है। डोमेन नेम चुनने तो बाद अगला कदम इसनूं रजिस्टर करवाना पैंदा है। असीं अपनी वैबसाइट सर्विस प्रोवाइडर राहीं रजिस्टर करवा सकते हैं। सर्विस प्रोवाइडर नूं फॉर्म भर के देना पैंदा है, तो इसकी रजिस्ट्रेशन फीस जिहड़ी है वो अदा करनी पैंदी है। जेकर डोमेन नेम पहलां तो किसी के नाम से रजिस्टर नहीं है तो डोमेन नेम उपलब्ध होने तो बाद इसका संदेश ईमेल राਹੀਂ डिजाइनर नूं भेज दिता जाता है। इंटरनेट की दुनिया में सर्वर की भूमिका है। साडी साइट नूं अमल विच लिआउण लई
ਸਰਵਰ ਦੀ ਚੋਣ ਬਹੁਤ ਮਹੱਤਤਾ ਰੱਖਦੀ ਹੈ। ਸਰਵਰ ਉਹ ਕੰਪਿਊਟਰ ਹੁੰਦਾ ਹੈ ਜਿੱਥੇ ਸਾਡੀ ਸਾਈਟ ਨੇ ਸਥਾਈ ਰੂਪ ਵਿੱਚ ਰਹਿਣਾ ਹੈ। ਅਸੀਂ ਆਪਣਾ ਸਰਵਰ ਖਰੀਦ ਵੀ ਸਕਦੇ ਹਾਂ ਜਾਂ ਕਿਰਾਏ ਤੇ ਲੈ ਵੀ ਸਕਦੇ ਹਾਂ। ਵੈਬਸਾਈਟਾਂ ਦੀ ਦੁਨੀਆ ਵਿੱਚ ਸਰਵਰ ਦਾ ਅਹਿਮ ਰੋਲ ਹੈ। ਅਜਿਹੇ ਵਿਸ਼ੇਸ਼ ਕਿਸਮ ਦੇ ਸਰਵਰ ਨੂੰ ਵੈਬ ਸਰਵਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਵੈਬ ਪੰਨੇ ਡਿਜ਼ਾਈਨ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਸਭ ਤੋਂ ਪਹਿਲਾ ਪੁਆਇੰਟ, ਹਰੇਕ ਵੈਬ ਪੇਜ ਦਾ ਆਕਾਰ 2 ਸਕਰੀਨਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਜੇਕਰ ਵੈਬ ਪੇਜ ਲੰਮਾ ਹੋ ਰਿਹਾ ਹੋਵੇ ਤਾਂ ਬੁੱਕਮਾਰਕ ਰਾਹੀਂ ਇੰਟਰਨੈਟ ਲਿੰਕ ਸਥਾਪਿਤ ਕੀਤੇ ਜਾ ਸਕਦੇ ਹਨ। ਜੇਕਰ ਵੈਬ ਪੇਜ ਇੱਕ ਸਕਰੀਨ ਤੋਂ ਲੰਮਾ ਹੋ ਰਿਹਾ ਹੋਵੇ ਤਾਂ ਵੈਬ ਪੇਜ ਦਾ ਇੱਕ ਹਿੱਸਾ ਵਿਖਾਓ ਅਤੇ ਬਾਕੀ ਦਾ ਹਿੱਸਾ ਮੰਗ ਜਾਂ ਜ਼ਰੂਰਤ ਅਨੁਸਾਰ ਵਿਖਾਇਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਕਿਸੇ ਸਾਈਟ ਨੂੰ ਅਪਲੋਡ ਕਰਨ ਦੀ ਪ੍ਰਕਿਰਿਆ ਲਿਖੋ। ਇੰਟਰਨੈਟ ਉੱਪਰ ਸਾਰੇ ਦਰਸ਼ਕਾਂ ਲਈ ਵੈਬਸਾਈਟ ਨੂੰ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਨੂੰ ਅਪਲੋਡਿੰਗ ਕਹਿੰਦੇ ਹਨ। ਵੈਬਸਾਈਟ ਨੂੰ ਵੈਬ ਸਰਵਰ ਜਾਂ ਹੋਸਟ 'ਤੇ ਟ੍ਰਾਂਸਫਰ ਕਰਨ ਲਈ FTP ਕਲਾਇੰਟ ਦੀ ਲੋੜ ਪੈਂਦੀ ਹੈ, ਜਿਸ ਦੀ ਸਹਾਇਤਾ ਨਾਲ ਵੈਬਸਾਈਟ ਨੂੰ ਵੈਬ ਸਰਵਰ 'ਤੇ ਅਪਲੋਡ ਕੀਤਾ ਜਾਂਦਾ ਹੈ। ਸਾਡੇ ਕੰਪਿਊਟਰ ਵਿੱਚ ਮੌਜੂਦ ਵੈਬਸਾਈਟ ਦੀ ਕਾਪੀ ਨੂੰ ਲੋਕਲ ਵਰਜ਼ਨ ਅਤੇ ਵੈਬ ਸਰਵਰ 'ਤੇ ਮੌਜੂਦ ਵੈਬਸਾਈਟ ਦੀ ਕਾਪੀ ਨੂੰ ਪ੍ਰੋਡਕਸ਼ਨ ਵਰਜ਼ਨ ਕਿਹਾ ਜਾਂਦਾ ਹੈ। ਆਫਲਾਈਨ ਟੈਸਟਿੰਗ ਦਾ ਤੁਹਾਡਾ ਕੀ ਭਾਵ ਹੈ? ਡਿਜ਼ਾਈਨਰ ਵੈਬਸਾਈਟ ਦੇ ਬਣਨ ਤੋਂ ਬਾਅਦ ਇਸ ਦੇ ਸਾਰੇ ਵੈਬ ਪੇਜਾਂ ਨੂੰ ਵੱਖ-ਵੱਖ ਬਰਾਊਜ਼ਰ 'ਤੇ ਪਰਖਦੇ ਹਨ। ਇਸ ਟੈਸਟਿੰਗ ਲਈ ਇੰਟਰਨੈਟ ਦੀ ਲੋੜ ਨਹੀਂ ਪੈਂਦੀ। ਆਫਲਾਈਨ ਟੈਸਟਿੰਗ ਵਿੱਚ ਡਿਜ਼ਾਈਨਰ ਸਭ ਤੋਂ ਪਹਿਲਾਂ ਵੈਬਸਾਈਟ ਦੇ ਹੋਮ ਪੇਜ ਨੂੰ ਖੋਲ੍ਹਦਾ ਹੈ। ਫਿਰ ਇਸ ਵਿੱਚ ਮੌਜੂਦ ਸਾਰੇ ਲਿੰਕ ਉੱਪਰ ਕਲਿੱਕ ਕਰਕੇ ਵੈਬ ਪੇਜਾਂ ਦੀ ਦਿੱਖ ਅਤੇ ਪੇਜਾਂ ਦੇ ਢਾਂਚੇ ਨੂੰ ਚੈੱਕ ਕੀਤਾ ਜਾਂਦਾ ਹੈ। ਵੈਬਸਾਈਟ ਨੂੰ ਗੂਗਲ ਕ੍ਰੋਮ, ਫਾਇਰਫੌਕਸ, ਓਪੇਰਾ, ਸਫਾਰੀ ਅਤੇ ਇੰਟਰਨੈਟ ਐਕਸਪਲੋਰਰ ਵਰਗੇ ਪ੍ਰਸਿੱਧ ਵੈਬ ਬਰਾਊਜ਼ਰਾਂ ਉੱਪਰ ਪਰਖਿਆ ਜਾਂ ਚੈੱਕ ਕੀਤਾ ਜਾਂਦਾ ਹੈ। ਅੱਗੇ ਹੁਣ ਅਸੀਂ ਪੜ੍ਹਾਂਗੇ ਪੂਰੇ ਨਾਮ। HTML ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਦੂਸਰਾ ਸਾਡੇ ਕੋਲ ਹੈ B ਟੈਗ। B ਦਾ ਪੂਰਾ ਨਾਮ ਹੈ ਬੋਲਡ ਟੈਗ। I ਦਾ ਮਤਲਬ ਹੈ ਇਟੈਲਿਕ ਟੈਗ। U ਤੋਂ ਅੰਡਰਲਾਈਨ। OL ਤੋਂ ਆਰਡਰ। L ਤੋਂ ਲਿਸਟ। UL ਤੋਂ ਅਨਆਰਡਰ ਲਿਸਟ। P ਤੋਂ ਪੈਰਾਗ੍ਰਾਫ। BR ਤੋਂ ਬ੍ਰੇਕ ਲਾਈਨ। SRC ਦਾ ਪੂਰਾ ਨਾਮ ਹੈ ਸੋਰਸ। IMG ਦਾ ਪੂਰਾ ਨਾਮ ਹੈ ਇਮੇਜ। ਅਗਲਾ ਸਾਡੇ ਕੋਲ ਹੈ 11ਵਾਂ TR। TR ਦਾ ਪੂਰਾ ਨਾਮ ਹੈ ਟੇਬਲ ਰੋ। TH ਦਾ ਪੂਰਾ ਨਾਮ ਹੈ ਟੇਬਲ ਹੈਡਿੰਗ। TD ਟੇਬਲ ਡਾਟਾ। LI ਲਿਸਟ ਆਈਟਮ। URL ਯੂਨੀਫਾਰਮ ਰਿਸੋਰਸ ਲੋਕੇਟਰ। E ਸਾਡੇ ਕੋਲ ਹੈ ਐਂਕਰ ਟੈਗ। ਹਰੀਫ ਸਾਡੇ ਕੋਲ ਹਾਈਪਰ ਟੈਕਸਟ ਰੈਫਰੈਂਸ। URL ਸਾਡੇ ਕੋਲ ਹੈ ਯੂਨੀਫਾਰਮ ਰਿਸੋਰਸ ਲੋਕੇਟਰ। BG ਕਲਰ ਦਾ ਪੂਰਾ ਨਾਮ ਹੈ BG ਤੋਂ ਬੈਕਗਰਾਊਂਡ ਕਲਰ। SRC ਦਾ ਪੂਰਾ ਨਾਮ ਹੈ ਸੋਰਸ। ਅੱਗੇ ਸਾਡੇ ਕੋਲ ਆ ਗਿਆ IP। IP ਦਾ ਪੂਰਾ ਨਾਮ ਹੁੰਦਾ ਇੰਟਰਨੈਟ ਪ੍ਰੋਟੋਕੋਲ। FTP ਦਾ ਪੂਰਾ ਨਾਮ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਲਾਸਟ ਆ ਸਾਡੇ ਕੋਲ URL ਯੂਨੀਫਾਰਮ ਰਿਸੋਰਸ ਲੋਕੇਟਰ। ਸੋ ਬੱਚਿਓ, ਇਹ ਸੀਗੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਪਾਰਟ 1 ਤੋਂ ਪਾਰਟ 4 ਤੱਕ ਦੀ ਦੁਹਰਾਈ। ਸੋ ਬੱਚੇ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।